ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ, ਬਲ ਸ੍ਰੀ ਹਰ ਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰ, ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਚਰਨ ਅਰਬਿੰਦ, ਮੋਕੇ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਗੁਮਾਨ, ਦੁਰਮਤ ਸਿਓ ਨਾਨਕ ਹਦਿਓ, ਰਾਖ ਲਿਓ ਭਗਵਾਨ। ਜਤਨ ਬਹੁਤ ਮੈਂ ਕਰ ਰਹਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਜੁਗ ਜੁਗ ਅਕਾਲ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਦੇ ਅੰਦਰ ਨਾਵੇਂ ਪਾਤਸ਼ਾਹ ਧਰਮ ਰਖਿਆ ਤਿਲਕ ਜੰਜੂ ਰਾਖਾ, ਪ੍ਰਭ ਤਾਕਾ ਕੀਨੋ ਬੜੋ ਕਲੂ ਮੈਂ ਸਾਕਾ, ਤਿਲਕ ਜੰਜੂ ਦੇ ਰਾਖੇ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤਿਨਾਂ ਸਤਿਗੁਰਾਂ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਪਾਤਸ਼ਾਹੀ ਨੌਵੀਂ ਵਿਖੇ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਸਜੇ ਹੋਏ ਦੀਵਾਨਾਂ ਦੇ ਅੰਦਰ ਜੁੜ ਮਿਲ ਬੈਠੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੇ ਵੱਡੇ ਭਾਗ ਹਨ। ਆਪ ਜੀ ਦੇ ਮਨੁੱਖਾ ਜਨਮ ਦੇ ਸਮੇਂ ਨੂੰ ਸਫਲ ਬਣਾਉਣ ਦੇ ਲਈ ਉਦਮ ਕੀਤਾ ਹੈ। ਗੁਰੂ ਦਰਬਾਰਾਂ ਵਿੱਚ ਹਾਜ਼ਰ ਹੋਏ ਹੋ, ਸਤਿਗੁਰਾਂ ਦੇ ਅਸਥਾਨਾਂ ਤੇ ਸੇਵਾ ਕਰ ਰਹੇ ਹੋ। ਕੋਈ ਗੁਰੂ ਕਾ ਸਿੱਖ ਸੰਗਤ ਦੇ ਜੋੜੇ ਝਾੜ ਰਿਹਾ ਹੈ, ਕੋਈ ਮਹਾਰਾਜ ਦੇ ਹਜ਼ੂਰ ਦਰਬਾਰ ਵਿੱਚ ਸੇਵਾ ਕਰ ਰਿਹਾ ਹੈ, ਕੋਈ ਪ੍ਰਸ਼ਾਦ ਬਣਾ ਰਿਹਾ, ਕੋਈ ਵਰਤਾ ਰਿਹਾ, ਕੋਈ ਪਹਿਰਾ ਦੇ ਰਿਹਾ, ਕੋਈ ਲੰਗਰ ਪਕਾ ਰਿਹਾ, ਵਰਤਾ ਰਿਹਾ। ਇਹ ਗੁਰਾਂ ਦੀ ਕਿਰਪਾ ਦਾ ਸਦਕਾ ਸਾਨੂੰ ਇਹ ਸਮਾਂ ਮਿਲਿਆ ਹੈ। ਆਓ ਪਾਤਸ਼ਾਹ ਦੀਆਂ ਬਖਸ਼ਾਂ ਪ੍ਰਾਪਤ ਕਰੀਏ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ, ਜਿਹਦੇ ਅੰਦਰ ਨਾਵੇਂ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਆਪਾਂ ਕੁਝ ਦਿਨਾਂ ਤੋਂ ਸਰਵਣ ਕਰ ਰਹੇ ਹਾਂ। ਸਤਿਗੁਰਾਂ ਦੇ ਪਵਿੱਤਰ ਸ਼ਲੋਕ ਜਿਹੜੇ ਰਹਿੰਦੇ ਨੇ ਸਰਵਣ ਕਰਨ ਦੇ ਵਾਸਤੇ ਇਕਾਗਰਤਾ ਬਖਸ਼ੋ, ਰਸਨਾ ਕਰੋ ਪਵਿੱਤਰ ਸਾਰੀ ਸੰਗਤ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਤਨ ਬਹੁਤ ਮੈਂ ਕਰ ਰਹਿਓ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਅੰਗ ਹੈ 1428, ਜਿਸ ਦੇ ਉੱਤੇ 12 ਤੇ ਵਧੇਕ ਸਿਰਲੇਖ ਹੇਠ ਬਾਣੀ ਦੇ ਵਿੱਚ ਨਾਵੇਂ ਪਾਤਸ਼ਾਹ ਦੇ ਸ਼ਲੋਕ ਸੁਭਾਏਮਾਨ ਹਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ 15 ਰਾਗਾਂ 'ਚ 59 ਸ਼ਬਦ ਸੁਭਾਏਮਾਨ ਨੇ। ਹੰਡੋਲ ਨੂੰ ਵੀ ਰਾਗ ਮੰਨ ਕੇ 16 ਰਾਗ ਵੀ ਕਹਿੰਦੇ ਨੇ ਵਿਦਵਾਨ। ਤੇ
ਸਤਿਗੁਰੂ ਸਾਹਿਬ ਜੀ ਦੇ ਸ਼ਲੋਕ, ਜਿਨ੍ਹਾਂ ਦੇ ਵਿੱਚੋਂ 33 ਸ਼ਲੋਕ ਆਪਾਂ ਸਰਵਣ ਕੀਤੇ, ਜੋ ਦਿੱਲੀ ਵਿੱਚ ਮਹਾਰਾਜ ਨੇ ਪਿੰਜਰੇ ਵਿੱਚ ਬੰਦ ਸਨ, ਉਦੋਂ ਸੰਗਤਾਂ ਨੂੰ ਆਪਣੇ ਮਾਤਾ ਮਹਿਲਾਂ ਨੂੰ ਉਪਦੇਸ਼ ਦੇਣ ਦੇ ਲਈ, ਕਲਗੀਧਰ ਜੀ ਦੀ ਪਰਖ ਕਰਨ ਦੇ ਲਈ ਇਹ ਵੱਖ-ਵੱਖ ਸ਼ਲੋਕ ਉਚਾਰਨ ਕੀਤੇ। ਪਹਿਲੇ 49 ਸ਼ਲੋਕ ਆਪਣੇ ਮਨ ਦੇ ਰਾਹੀਂ ਸੰਗਤ ਨੂੰ ਉਪਦੇਸ਼ ਦਿੰਦਿਆਂ ਕਹੇ ਨੇ, ਜਿਨ੍ਹਾਂ ਚੋਂ 33 ਆਪਾਂ ਸਰਵਣ ਕੀਤੇ ਨੇ। ਜਗਿਆਸੂ ਬੇਨਤੀ ਕਰਦਾ ਹੈ, ਉਹ ਜਗਿਆਸੂ ਮੁਖ ਦੁਆਰਾ ਸਾਡੇ ਭਲੇ ਦਾ ਉਪਦੇਸ਼ ਦਿੰਦੇ ਹਨ ਮਹਾਰਾਜ 34ਵੇਂ ਸ਼ਲੋਕ ਵਿੱਚ। ਯਤਨ ਬਹੁਤ ਮੈਂ ਕਰ ਰਹੇ, ਇਹ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਆਪਣੇ ਵੱਲੋਂ ਬੜੇ ਯਤਨ ਕੀਤੇ ਹੈ, ਬੜੇ ਉਪਾਅ ਹੀਲੇ ਵਸੀਲੇ ਬਹੁਤ ਕੁਝ ਕਰਕੇ ਵੇਖਿਆ ਹੈ। ਮਿਟਿਓ ਨ ਮਨ ਕੋ ਮਾਨ, ਕਾਹਦੇ ਹੀਲੇ ਵਸੀਲੇ? ਵੀ ਮਹਾਰਾਜ ਮੇਰੇ ਮਨ ਦਾ ਮਾਨ ਨਹੀਂ ਮਿਟਦਾ। ਇਹ ਗੱਲ ਦੀ ਸਮਝ ਵੀ ਕਿਸੇ ਵਿਰਲੇ ਨੂੰ ਹੀ ਹੈ, ਬਹੁਤਿਆਂ ਨੂੰ ਤਾਂ ਇਹੀ ਨਹੀਂ ਪਤਾ ਵੀ ਅਸੀਂ ਹੰਕਾਰ ਕਰ ਰਹੇ ਹਾਂ। ਜਿਹੜਾ ਜਗਿਆਸੂ ਹੁੰਦਾ ਨਾ ਗੁਰਸਿੱਖ ਪਿਆਰਾ, ਇਹ ਉਹਦੀ ਅਵਸਥਾ ਹੈ। ਉਹ ਗੁਰਸਿੱਖ ਕਹਿੰਦੇ ਰਹਿੰਦੇ ਮਹਾਰਾਜ ਸਾਡੇ ਮਨ 'ਚ ਹੰਕਾਰ ਕਿਉਂ ਆਇਆ, ਸਾਡੇ ਮਨ 'ਚ ਪਤਾ ਨਹੀਂ ਹਉਮੈ ਕਿਉਂ ਆਉਂਦੀ ਹੈ, ਇਹ ਦੂਰ ਕਰ ਦਿਓ। ਆਪੋ ਸਾਥੋਂ ਦੂਰ ਨਹੀਂ ਹੁੰਦੀ। ਇੱਥੇ ਉਹ ਸਿੱਖਾਂ ਦੀ ਉਹ ਭਾਵਨਾ ਹੈ। ਸਾਹਿਬ ਕਹਿੰਦੇ ਵਾਹਿਗੁਰੂ ਜੀ ਸਾਡੇ ਮਨ ਦਾ ਗੁਮਾਨ ਆਪਣੇ ਆਪ ਨਹੀਂ ਸਾਡੇ ਕੋਲ ਦੂਰ ਹੁੰਦਾ ਮਿਟਦਾ। ਦੁਰਮਤ ਸਿਓ ਨਾਨਕ ਫਦਿਓ, ਦੁਰਮਤ ਸਿਓ ਨਾਨਕ ਫਦਿਓ। ਇਹ ਨਾਨਕ ਫਦਿਓ ਪਾਠ ਨਹੀਂ ਕਰਨਾ, ਇਕੱਠਾ ਹੀ ਕਰ ਦਿੰਦੇ ਕਈ। ਦੁਰਮਤ ਸਿਓ ਨਾਨਕ ਫਦਿਓ। ਮਹਾਰਾਜ ਸਾਹਿਬ ਕਹਿੰਦੇ ਵੀ ਜਿਹੜੀ ਦੁਰਮਤ ਹੈ ਨਾ, ਭੈੜੀ ਮਤ, ਹੇ ਵਾਹਿਗੁਰੂ ਜੀ ਮੇਰਾ ਮਨ ਉਹਦੇ ਨਾਲ ਫਦਿਓ ਕੀ ਇਹ ਫਸਿਆ ਹੋਇਆ, ਉਲਝਿਆ ਪਿਆ ਹੈ। ਉਹਦੇ ਵਿੱਚ ਮੈਂ ਫਸ ਗਿਆ। ਹਰ ਸਮੇਂ ਦੁਰ ਭੈੜੇ ਖਿਆਲ ਆਉਂਦੇ ਨੇ, ਪਾਪਾਂ ਦੇ ਵਿਚਾਰ ਆਉਂਦੇ ਨੇ, ਮੰਦੇ ਖਿਆਲ ਆਉਂਦੇ ਨੇ। ਰਾਖ ਲਿਓ ਭਗਵਾਨ, ਹੇ ਭਗਵਾਨ ਵਾਹਿਗੁਰੂ ਆਪਣੀ ਸ਼ਰਨ ਵਿੱਚ ਲੈ ਕੇ ਮੈਨੂੰ ਰੱਖ ਲਓ, ਵਿਕਾਰਾਂ ਵੱਲੋਂ ਮਾੜੇ ਕੰਮਿਆਂ ਬਚਾ ਲਓ। ਮਹਾਰਾਜ ਹੰਕਾਰ ਆਦਿਕ ਮੇਰਾ ਦੂਰ ਕਰ ਦਿਓ। ਵਾਰ ਜਵਾਨੀ ਅਰ ਬਿਰਧ ਫੋਨ, ਇਹ ਜਿਹੜੇ ਸ਼ਬਦ ਨੇ ਨਾ, ਇਹ ਸਾਡੇ ਲਈ ਬੇਨਤੀ ਹੈ ਵੀ ਆਪਾਂ ਇਹ ਸ਼ਬਦ ਦਾ ਅਭਿਆਸ ਕਰੀਏ, ਵੀ ਬੇਨਤੀ ਕਰੀ ਜਾਈਏ ਵੀ ਮਹਾਰਾਜ ਸਾਨੂੰ ਰੱਖ ਲਓ। ਫਿਰ ਹੁਣ ਸਾਨੂੰ ਮਹਾਰਾਜ ਚੇਤਾ ਕਰਾਉਂਦੇ, ਕਹਿੰਦੇ ਐ ਜੀ ਵੇਖ 3 ਅਵਸਥਾ ਆਈਆਂ ਤੇਰੇ ਸਰੀਰ ਤੇ। ਪਹਿਲਾਂ ਆਈ ਬਾਲਕ ਅਵਸਥਾ, ਫਿਰ ਆਈ ਜਵਾਨੀ ਦੀ ਅਵਸਥਾ, ਉਹ ਤੋਂ ਬਾਅਦ ਫਿਰ ਬਿਰਧ ਅਵਸਥਾ। 3 ਅਵਸਥਾ ਜਾਣ, ਸਰੀਰ ਦੀਆਂ ਤਕਰੀਬਨ 3 ਅਵਸਥਾ ਜਾਣਨਾ ਕਰ। ਭਾਵੇਂ ਕਿ ਪ੍ਰੋਢਿਆ ਅਵਸਥਾ ਇੱਕ ਚੌਥੀ ਕਹਿ ਦਿੰਦੇ ਨੇ, ਪਰ ਉਹ ਬੜੇਪੇ ਦੇ ਨਾਲ ਜਿਹਦੀ ਹੋ ਜਾਂਦੀ ਹੈ। ਉਹ 3 ਹਿੱਸੇ ਨੇ, ਇੱਕ ਬਾਲਕ, ਇੱਕ ਜਵਾਨੀ ਤੇ ਇੱਕ ਬਿਰਧ ਅਵਸਥਾ। ਇਹ 3 ਹਿੱਸੇ ਸਰੀਰ ਦੇ ਉੱਤੇ ਆਉਂਦੇ ਨੇ, 3 ਸਮੇਂ ਆਉਂਦੇ ਜਾਣਨਾ ਕਰ। ਕਹੋ ਨਾਨਕ ਹਰ ਭਜਨ ਬਿਨ, ਪਰ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵੀ ਹੇ ਭਾਈ ਗੁਰਸਿੱਖਾ, ਜੇ ਇਹਨਾਂ 3 ਅਵਸਥਾ 'ਚ ਪਰਮੇਸ਼ਰ ਦਾ ਭਜਨ ਸਿਮਰਨ ਨਹੀਂ ਕੀਤਾ ਤਾਂ ਸਿਮਰਨ ਕੀਤੇ ਤੋਂ ਬਗੈਰ ਬਿਰਥ ਸਭ ਹੀ ਮਾਨ। ਇਹ ਸਭ ਅਵਸਥਾ, ਭਾਵੇਂ ਬਾਲਕ ਅਵਸਥਾ ਹੈ, ਜਵਾਨੀ ਦੀ ਅਵਸਥਾ ਹੈ, ਬਿਰਧ ਅਵਸਥਾ, ਇਹਨਾਂ ਨੂੰ ਵਿਅਰਥ ਹੀ ਜਾਣ। ਇਹੋ ਜੀ ਬਾਲਕ ਅਵਸਥਾ ਦਾ ਕੀ, ਇਹੋ ਜੀ ਜਵਾਨੀ ਦਾ ਕੀ ਫਾਇਦਾ ਜਿਹ 'ਚ ਨਾਮ ਨਹੀਂ ਜਪਿਆ, ਅੰਮ੍ਰਿਤ ਵੇਲੇ ਨਹੀਂ ਉੱਠਿਆ। ਬਿਰਧ ਹੋ ਗਿਆ ਸਰੀਰ, ਬਿਰਧ ਹੋ ਗਿਆ ਜੇ ਅਕਲ ਹੀ ਨਹੀਂ ਬਿਰਧ ਹੋਈ। ਜੇ ਬਿਰਧ ਨਾਮ ਹੁੰਦਾ ਵਧਣ ਦਾ, ਸਰੀਰ ਵੱਧ ਗਿਆ, ਸਰੀਰ ਵੱਡਾ ਹੋ ਗਿਆ। ਕਹਿੰਦੇ ਵੀ ਮੈਨੂੰ ਪੁੱਛੋ ਸਾਰਿਆਂ ਤੋਂ ਵੱਡਾ ਮੈਂ ਆ ਵੀ ਘਰ 'ਚ, ਵੀ ਇਹ ਤਾਂ ਤੈਨੂੰ ਪਤਾ ਵੀ ਘਰ 'ਚ ਤੂੰ ਵੱਡਾ ਹੈ। ਤੂੰ ਇਹ ਦੱਸ ਹੁਣ ਬਾਣੀ ਕਿੰਨੀ ਪੜ੍ਹਨੀ ਸ਼ੁਰੂ ਕਰਤੀ ਹੈ, ਕਿੰਨੀ ਸੇਵਾ ਕਰਦਾ? ਉਹ ਜੀ ਉਹ ਸਾਡੇ ਕੋਲ ਸਮਾਂ ਨਹੀਂ। ਇਹ ਪਾਤਸ਼ਾਹ ਕਹਿੰਦੇ 3 ਅਵਸਥਾ, ਬਾਲਕ, ਜਵਾਨੀ ਤੇ ਬਿਰਧ, ਇਹ ਸਿਮਰਨ ਤੋਂ ਬਗੈਰ ਇਹਨਾਂ ਨੂੰ ਅਜਾਈ ਜਾਣਨਾ ਕਰੋ, ਵਿਅਰਥ ਹੀ ਜਾਣਨਾ ਕਰੋ। ਜੇ ਵਾਹਿਗੁਰੂ ਦਾ ਭਜਨ ਨਹੀਂ ਕਰਦਾ, ਤੇਰੇ ਬੜੇਪੇ ਦਾ, ਜਵਾਨੀ, ਬਾਲਪਣੇ ਦਾ ਕੀ ਫਾਇਦਾ? ਕਾਰਣੋ ਹੋਤੋ ਸੋ ਨਾ ਕੀਓ, ਕਰਨੋ ਹੋਤੋ, ਜੋ ਜੀਵ ਨੇ ਕਰਮ ਕਰਨਾ ਸੀ, ਭਜਨ ਬੰਦਗੀ ਤਾਂ ਕਰਨੀ ਸੀ, ਇਹ ਤਾਂ ਜ਼ਰੂਰੀ ਕੰਮ ਸੀ। ਮਹਾਰਾਜ ਸਾਹਿਬ ਕਹਿੰਦੇ ਵੀ ਜਿਹੜਾ ਕੰਮ ਭਜਨ ਬੰਦਗੀ ਸਿਮਰਨ ਪਰਉਪਕਾਰ ਦਾ ਕਰਨਾ ਸੀ ਜੀਵ, ਸੋ ਨਾ ਕੀਓ, ਉਹ ਤੂੰ ਕੀਤਾ ਹੀ ਨਾ।
ਬੰਦਗੀ ਤਾਂ ਕੀਤੀ ਨਾ ਸਾਰੀ ਉਮਰ, ਕਿਸੇ ਦਾ ਭਲਾ ਕੀਤਾ ਹੀ ਨਾ। ਕਰਿਓ ਲੋਭ ਕੈ ਫੰਧ। ਔਰ ਸਗੋਂ ਕਹਿੰਦੇ ਵੀ ਜਿਹੜਾ ਲੋਭ ਹੈ ਨਾ ਪਦਾਰਥਾਂ ਦਾ, ਇਹਦੇ ਫਾਹੇ ਵਿੱਚ ਪੈ ਗਏ ਆ। ਲੋਭ ਲਾਲਚ ਦਾ ਫਾਹਾ ਤੇਰੇ ਗਲ ਵਿੱਚ ਪੈ ਗਿਆ, ਹਰ ਸਮੇਂ ਲੋਭੀ ਬਣਿਆ ਰਹਿਣਾ ਹੈ। ਨਾਨਕ ਸਮਿਓ ਰਮ ਗਇਓ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੀਵ ਤੇਰਾ ਜਿਹੜਾ ਮਨੁੱਖਾ ਜਨਮ ਦਾ ਸਮਾਂ ਹੈ ਨਾ, ਇਹ ਸਮਾਂ ਰਮ ਗਿਓ, ਭਾਵ ਕਿ ਵਿਅਰਥ ਹੀ ਕਹਿੰਦੇ ਵੀ ਜਾ ਰਿਹਾ, ਗੁਜ਼ਰਦਾ ਜਾ ਰਿਹਾ, ਚਲਾ ਗਿਆ ਹੈ ਸਮਝ। ਬਸ ਖੇਡ ਮੁੱਕਣੀ ਵਾਲੀ ਹੈ ਤੇਰੇ ਜੀਵਨ ਦੀ ਹੁਣ। ਆਪ ਕਿਉ ਰੋਵਤ ਅੰਧ। ਤੇ ਫੇਰ ਉਦੋਂ ਜਦੋਂ ਰੋਵੇਗਾ ਨਾ ਜਮਾਂ ਨੂੰ ਵੇਖ ਕੇ, ਉਦੋਂ ਕਹਿਣਾ ਜੀ ਮੈਨੂੰ ਆ ਪਦਾਰਥ ਲੈ ਲੈਣ ਦਿਓ, ਮੈਂ ਬੜੀ ਮਿਹਨਤ ਕੀਤੀ। ਉਹ ਕਹਿਣਗੇ ਨਾਲ ਥੋੜਾ ਜਾਣੇ, ਨਾਲ ਤਾਂ ਹੁਣ ਸਰੀਰ ਵੀ ਨਹੀਂ ਜਾਣਾ। ਫੇਰ ਰੋਵੇਗਾ ਜੀ ਮੈਂ ਸਾਰੀ ਉਮਰ ਐਵੇਂ ਖਪਦਾ ਰਿਹਾ ਜੇ ਨਾਲ ਕੁਝ ਨਹੀਂ ਜਾਣਾ। ਉਹ ਕਹਿਣਗੇ ਉਹ ਅੰਧਿਆ ਫਿਰ, ਉਹ ਮੂਰਖਾ ਹੁਣ ਕਿਉਂ ਰੋਣਾ, ਹੁਣ ਨਾਮ ਜਪ ਲੈਣ ਤੋਂ ਕਹਿੰਦੇ ਨਾ, ਇੰਨੇ ਸਾਲ ਹੈ, ਇੰਨੀ ਜ਼ਿੰਦਗੀ ਮਿਲੀ, ਉਹ ਚ ਨਾਮ ਨਹੀਂ ਜਪਿਆ, ਹੁਣ ਤੂੰ ਕੀ ਨਾਮ ਜਪ ਲਏਗਾ। ਉਦੋਂ ਫਿਰ ਜਮਦੂਤ ਜਿਹੜੇ ਹਨ ਉਹ ਕਹਿੰਦੇ ਵੀ ਹੁਣ ਤੂੰ ਕਿਉਂ ਰੋਣਾ, ਤੇਰੇ ਰੋਣ ਦਾ ਕੋਈ ਫਾਇਦਾ ਨਹੀਂ। ਜਾਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਸਮਾਂ ਗੁਜ਼ਰ ਗਿਆ ਜੀਵ, ਅਬ ਕਿਉਂ ਰੋਵਤ ਅੰਧ। ਹੇ ਮਨ ਤੇ ਬੁੱਧ ਰੂਪੀ ਨੇਤਰਾਂ 'ਚ ਵੈਰਾਗ ਰੂਪੀ ਨਿਗਾਹ ਤੋਂ ਹੀਣੇ ਆ, ਜ਼ਿੰਦਗੀ ਗੁਜ਼ਰ ਗਈ, ਹੁਣ ਕਿਉਂ ਰੋ ਰਿਹਾ, ਹੁਣ ਕੋਈ ਫਾਇਦਾ ਨਹੀਂ ਹੈ। ਕਈ ਵਾਰ ਬੰਦਾ ਸੋਚਦਾ ਨਾ ਜਿੱਦਾਂ ਉਦਾਸ ਜਿਹਾ ਹੋਵੇ, ਆਮ ਹੀ ਕਈ ਵਾਰ ਇਹ ਘਟਨਾ ਹੋਈਆਂ, ਪੁੱਛੀਏ ਨਾ ਵੀ ਕੀ ਗੱਲ ਹੈ ਵੀ ਬੜੇ ਉਦਾਸ ਹੈ, ਕਹਿੰਦੇ ਵੀ ਆਪਣੇ ਲੇਖਾਂ ਨੂੰ ਰੋਨੇ ਆ, ਜ਼ਿੰਦਗੀ ਖਰਾਬ ਕਰਕੇ ਹੁਣ ਕਿਉਂ ਰੋਨੇ ਆ। ਪਹਿਲਾਂ ਨਾਮ ਜਪਦੇ ਤੇ ਲੇਖ ਜਿਹਨੇ ਲਿਖੇ ਉਹਨੇ ਸਾਰਾ ਕੁਝ ਆਪੇ ਸਹੀ ਕਰ ਦੇਣਾ ਸੀ, ਨਾਮ ਜਪਿਆ ਨਹੀਂ, ਫੇਰ ਦੁਖੀ ਹੋ ਕੇ ਕਾਹਤੋਂ ਰੋਨੇ ਹੋ। ਮਨ ਮਾਇਆ ਮੈਂ ਰਾਮ ਰਹਿਓ। ਮਹਾਰਾਜ ਕਹਿੰਦੇ ਜੀਵ ਤੇਰਾ ਮਨ ਜਿਹੜਾ ਮਾਇਆ ਜੀ ਮਿਲਿਆ ਰਹਿੰਦਾ ਹਰ ਸਮੇਂ। ਰੋਟੀ ਖਾਂਦਾ ਕਹਿੰਦਾ ਫਲਾਣੇ ਕੋ ਇੰਨੇ ਲੈਣੇ, ਸਿੱਕ ਮੁਰਗੀ ਪਾਈ ਕਹਿੰਦਾ ਫਲਾਣੇ ਨੂੰ ਇੰਨੇ ਦੇਣੇ ਸੀ, ਪਾਣੀ ਦੀ ਘੁੱਟ ਭਰੀ ਕਹਿੰਦਾ ਅੱਜ ਇੰਨੇ ਬਚ ਗਏ, ਹੋਰ ਕੁਝ ਖਾਣ ਲੱਗਾ ਕਹਿੰਦਾ ਅੱਜ ਇੰਨਾ ਖਰਚਾ ਹੋ ਗਿਆ। ਬਸ ਮਾਇਆ ਜੀ ਕਹਿੰਦੇ ਮਨ ਜਿਹੜਾ ਹੈ ਨਾ ਹਰ ਸਮੇਂ ਮਿਲਿਆ ਰਹਿੰਦਾ ਹੈ। ਇਕਸਤ ਨਾਹਿਨ ਮੀਤ। ਇਹ ਮਿੱਤਰਾ ਮੇਰੇ ਪਿਆਰਿਆ ਸੱਜਣਾ, ਤੇਰਾ ਮਨ ਮਾਇਆ 'ਚ ਫਸ ਗਿਆ ਹੀ, ਉਹ ਕਿਉਂ ਨਹੀਂ ਕੱਢਦਾ ਇਸ ਨੂੰ, ਨਿਕਲਦਾ ਹੀ ਨਹੀਂ ਹੈ। ਹਰ ਵਕਤ ਮਾਇਆ ਮਾਇਆ ਕਰਨਾ, ਕਦੀ ਵਾਹਿਗੁਰੂ ਵਾਹਿਗੁਰੂ ਵੀ ਕਰ ਲਿਆ ਕਰ। ਨਾਨਕ ਮੂਰਤ ਚਿੱਤਰ ਜਿਉ। ਮਹਾਰਾਜ ਮਾਇਆ 'ਚ ਕਿਵੇਂ ਫਸਿਆ ਜੀਵ ਸਾਹਿਬ ਕਹਿੰਦੇ ਜਿਵੇਂ ਜਿਹੜੀ ਕੰਧ ਦੇ ਉੱਤੇ ਚਿੱਤਰੀ ਹੋਈ ਮੂਰਤੀ ਹੁੰਦੀ ਹੈ ਨਾ, ਕੰਧ ਦੇ ਉੱਤੇ ਕੋਈ ਬਣਾਈ ਹੋਈ ਤਸਵੀਰ ਹੁੰਦੀ ਆ, ਛਾੜਿਤ ਨਾਹਨ ਪੀਤ। ਉਹ ਕੰਧ ਨੂੰ ਨਹੀਂ ਛੱਡਦੀ, ਜਿਹੜੀ ਤਸਵੀਰ ਜਿਹੜਾ ਚਿੱਤਰ ਕੰਧ ਦੇ ਉੱਤੇ ਉਕਰਿਆ ਹੁੰਦਾ, ਦੂਜੀ ਤਸਵੀਰ ਨੂੰ ਫੜ ਕੇ ਜਿੱਥੇ ਮਰਜ਼ੀ ਕੋਈ ਚੁੱਕ ਕੇ ਟੰਗ ਦਿੰਦਾ, ਪਰ ਜਿਹੜੀ ਕੰਧ ਦੇ ਉੱਤੇ ਉਕਰੀ ਹੁੰਦੀ ਆ ਉਹ ਕੰਧ ਨਹੀਂ ਛੱਡਦੀ, ਕਿਉਂਕਿ ਉਹ ਬਣੀ ਕੰਧ ਦੇ ਉੱਤੇ ਹੈ ਨਾ। ਇਸੇ ਤਰ੍ਹਾਂ ਇਹ ਜਿਹੜਾ ਜੀਵ ਹੈ ਨਾ, ਇਹਦੇ ਮਨ ਦੇ ਵਿੱਚ ਵਿਸ਼ੇ ਵਾਸਨਾ ਰੂਪੀ ਮੂਰਤ ਚਿੱਤਰੀ ਹੋਈ ਹੈ, ਮਾਇਆ ਰੂਪੀ ਕੰਧ ਹੈ, ਉਹ ਛੱਡਦਾ ਹੀ ਨਹੀਂ ਹੈ। ਹਰ ਵੇਲੇ ਕਹਿੰਦਾ ਨਾ ਵੀ ਮੈਂ ਨਹੀਂ ਬਚਦਾ ਇਹ ਤੋਂ ਬਗੈਰ। ਜਿਵੇਂ ਕੰਧ ਤੇ ਬਣਾਈ ਹੋਈ ਮੂਰਤ ਕੰਧ ਨਹੀਂ ਛੱਡਦੀ, ਇਸੇ ਤਰ੍ਹਾਂ ਇਹ ਜਿਹੜਾ ਮਨ ਹੈ ਇਹ ਮਾਇਆ ਰੂਪੀ ਕੰਧ ਦੇ ਉੱਤੇ ਕਹਿੰਦੇ ਵੀ ਬਸ ਵਾਸ਼ਨਾ ਰੂਪੀ ਮੂਰਤੀ ਬਣਿਆ ਬੈਠਾ ਹੈ, ਇਹ ਛੱਡਦਾ ਹੀ ਨਹੀਂ ਮਾਇਆ ਦੀ ਵਾਸ਼ਨਾ, ਹਰ ਸਮੇਂ ਜੜ ਹੋਇਆ ਰਹਿੰਦਾ। ਨਰ ਚਾਹਤ ਕਸ਼ ਔਰ। ਆਪਣੇ ਆਪ ਤੇ ਬੰਦਾ ਬੜੀਆਂ ਪਲੈਨਿੰਗਾਂ ਕਰਦਾ ਹੈ, ਬੜਾ ਕੁਝ ਸੋਚਦਾ, ਕਹਿੰਦੇ ਏਦਾਂ ਕਰਾਂਗੇ। ਇਹ ਅੱਜ ਕੱਲ੍ਹ ਸ਼ਬਦ ਵਰਤਿਆ ਜਾਂਦਾ, ਕਹਿੰਦੇ ਫਿਊਚਰ ਪਲੈਨਿੰਗ। ਉਹ ਫਿਊਚਰ ਪਲੈਨਿੰਗ ਤਾਂ ਬਥੇਰੀ ਕਰਦਾ ਬੰਦਾ ਤਾਂ ਕੁਝ ਚਾਹੁੰਦਾ ਹੋਰ ਹੀ ਹੈ। ਔਰ ਕੀ ਔਰ ਭਈ। ਪਰ ਮਹਾਰਾਜ ਸਾਹਿਬ ਕਹਿੰਦੇ ਰੱਬ ਦੀ ਰਜ਼ਾ ਅਨੁਸਾਰ ਹੋਰ ਦੀ ਹੋਰ ਹੀ ਵਾਰਤਾ ਹੋ ਜਾਂਦੀ ਹੈ। ਬੰਦਾ ਕਹਿੰਦਾ ਹੈ ਮੈਂ ਤੇ ਸੋਚਿਆ ਹੀ ਨਹੀਂ ਸੀ ਵੀ ਇਦਾਂ ਹੋ ਜੂਗੀ, ਮੈਂ ਤੇ ਫਾਇਦਾ ਹੀ ਸੋਚਿਆ ਸੀ, ਇਹ ਇਦਾਂ ਹੋ ਗਿਆ। ਬੰਦਾ ਤਾਂ ਬਹੁਤ ਕੁਝ ਸੋਚਦਾ ਆਪਣੇ ਆਪ, ਪਰ ਮਾਲਕ ਦੀ ਰਜ਼ਾ ਦੇ ਅਨੁਸਾਰ, ਪਰਾਲਬਧ ਦੇ ਅਨੁਸਾਰ ਹੋਰ ਦੀ ਗੱਲ ਹੋਰ ਹੀ ਬਣ ਜਾਂਦੀ। ਜਿਵੇਂ ਕੋਈ ਉਹ ਔਰਤ ਘਰੇ ਉਹ ਲੜਕੇ ਆ ਗਈ, ਜੰਗਲ ਜਿਹੇ ਦੇ ਇਲਾਕੇ 'ਚ ਫਾਹਾ ਲੈਣ ਲੱਗੀ, ਉਹ ਬਜ਼ੁਰਗ ਜਿਹੇ ਨੇ ਵੇਖ ਲਿਆ, ਕਹਿਣ ਲੱਗਾ ਬੀਬੀ ਰੋਂਦੀ ਕਿਉਂ, ਕੀ ਕਰਨ ਲੱਗੀ, ਕਹਿੰਦੀ ਮੈਂ ਤੰਗ ਆ ਵੀ ਮੈਂ ਮਰ ਜਾਣਾ ਫਾਹਾ ਲੈ ਕੇ। ਤੇ ਉਹਨੇ ਵੇਖਿਆ ਵੀ ਗਹਿਣੇ ਗੁਣੇ ਪਾਏ, ਮਰੂਗੀ ਤੇ ਮੈਂ ਗਹਿਣੇ ਗੁਣੇ ਲੈ ਜਾਵਾਂਗਾ। ਫੇਰ ਕਹਿੰਦੀ ਪਰ ਇੱਕ ਗੱਲ ਆ, ਮੈਨੂੰ ਫਾਹੇ ਦਾ ਨਹੀਂ ਪਤਾ ਵੀ ਇਹ ਕਿਵੇਂ ਲੈਣਾ। ਉਹ ਬਜ਼ੁਰਗ ਕਹਿੰਦਾ ਮੈਂ ਦੱਸਦਾ ਤੈਨੂੰ। ਉਹਨੇ ਸਾਰਾ ਪਰਨਾ ਜਿਹਾ ਸੀ
ਇੱਕ ਰੁਕਦੇ ਟਹਿਣੇ ਜਿਹਨੂੰ ਪਰਨਾ ਜਿਹਾ ਪਾ ਕੇ ਗੋਲ ਜਿਹਾ ਬਣਾ ਕੇ ਥੱਲੇ ਲੱਕੜਾਂ ਲੁਕੜਾਂ ਇਕੱਠੀਆਂ ਕੀਤੀਆਂ, ਉੱਤੇ ਖਲੋ ਕੇ ਕਹਿੰਦਾ ਇਦਾਂ ਗਲ 'ਚ ਪਾ ਕੇ ਤੇ ਇੱਕ ਪਾਸੇ ਨੂੰ ਹਿੱਲ ਜੇ ਜਾਈ। ਉਹ ਦੱਸਦਿਆਂ ਆਪ ਡਿੱਗ ਪਿਆ, ਡਿੱਗ ਕੇ ਮਰ ਗਿਆ, ਅੱਖਾਂ ਬਾਹਰ ਆ ਗਈਆਂ। ਉਹ ਬੀਬੀ ਤਾਂ ਵੇਖ ਕੇ ਭੱਜ ਗਈ, ਕਹਿੰਦੀ ਮੌਤ ਬੜੀ ਬੁਰੀ ਹੈ ਵੀ ਮੈਂ ਨਹੀਂ ਮਰਨਾ। ਇਸ ਤਰ੍ਹਾਂ ਦੀਆਂ ਬੜੀਆਂ ਘਟਨਾਵਾਂ ਹੋ ਜਾਂਦੀਆਂ। ਮਹਾਰਾਜ ਕਹਿੰਦੇ ਬੰਦਾ ਤਾਂ ਕੁਝ ਹੋਰ ਹੀ ਸੋਚਦਾ, ਪਰ ਹੋਰ ਦੀ ਕੋਈ ਗੱਲ ਹੋਰ ਹੀ ਬਣ ਜਾਂਦੀ ਹੈ ਅੱਗੋਂ। ਚਿਤਵਤ ਰਹਿਓ ਠਗਾਉਰ, ਚਿੱਤ ਦੇ ਵਿੱਚ ਚਿੱਤ ਵਧਾ ਰਿਹਾ ਠਗੌਰੀਆਂ ਕਿ ਇਹਨਾਂ ਠੱਗੀ ਮਾਰ ਲਾਂ, ਇੰਨਿਆਂ ਨੂੰ ਠੱਗ ਲਿਆ, ਹੋਰਾਂ ਨੂੰ ਠੱਗ ਲਾਂ। ਮਨ 'ਚ ਕੁਝ ਹੋਰ ਹੁੰਦਾ, ਉੱਤੋਂ ਹੋਰ ਜਿਹਾ ਬਣਾ ਕੇ ਬਣ ਕੇ ਵਿਖਾਉਂਦਾ ਹੈ, ਬੜਾ ਭੋਲਾ ਜਿਹਾ, ਬੜਾ ਲਾਚਾਰ ਜਿਹਾ ਬਣ ਕੇ ਠੱਗੀਆਂ ਹੀ ਜਿਹੜੀਆਂ ਮਾਰਨ ਦੇ ਲਈ ਸੋਚਦਾ ਰਹਿੰਦਾ ਹੈ। ਨਾਨਕ ਹਾਸੀ ਗਾਲ ਭਰੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇੰਨੇ ਨੂੰ ਜੀਵ ਦੇ ਗਲ ਵਿੱਚ ਜਮਾਂ ਦੀ ਫਾਹੀ ਆ ਕੇ ਪੈ ਜਾਂਦੀ ਹੈ। ਠੱਗੀਆਂ ਸੋਚਦਾ ਰਿਹਾ ਤੇ ਇੰਨੇ ਨੂੰ ਅੰਤ ਹੋ ਗਿਆ। ਜਤਨ ਬਹੁਤ ਸੁਖ ਕੀ ਕੀਏ, ਵਿਸ਼ੇ ਵਿਕਾਰ ਇਹਨਾਂ ਦਾ ਸੁਖ ਮੰਨਦਾ ਹੈ। ਵਿਸ਼ੇ ਵਿਕਾਰਾਂ ਦੇ ਸੁਖ ਲੈਣ ਦੇ ਲਈ ਬੜੇ ਉਪਾਅ ਕੀਤੇ ਨੇ ਜੀਵ ਤੈਂ। ਦੁਖ ਕੋ ਕੀਓ ਨਾ ਕੋਇ, ਪਰ ਦੁੱਖ ਦਾ ਕੋਈ ਯਤਨ ਨਹੀਂ ਕੀਤਾ ਵੀ ਜੰਮਣ ਮਰਨ ਦਾ ਦੁੱਖ ਬੜਾ ਔਖਾ ਹੈ ਵੀ ਇਹਨੂੰ ਮੈਂ ਮੇਟ ਲਾਂ। ਜੰਮਣ ਮਰਨ ਦਾ ਦੁੱਖ ਮੇਟਣ ਦਾ ਕੋਈ ਉਪਾਅ ਨਹੀਂ ਕੀਤਾ। ਵਿਸ਼ੇ ਸੁਖ ਭੋਗਣ ਦੇ ਬੜੇ ਯਤਨ ਕਰਦਾ ਹੈ। ਕਹੋ ਨਾਨਕ ਸੁਨਰੀ ਮਨਾ, ਯਤਨ ਬਹੁਤ ਸੁਖ ਕੇ ਕੀਏ। ਕਹਿੰਦੇ ਪਿਆਰਿਆ ਕਿਉਂ ਨਹੀਂ ਤੈਨੂੰ ਰੱਬ ਤੇ ਭਰੋਸਾ? ਵੇਖ ਸੁੱਖ ਲਈ ਤੂੰ ਕਿੰਨੇ ਯਤਨ ਕਰਦਾ ਵੀ ਮੈਨੂੰ ਸੁੱਖ ਮਿਲੇ, ਸੁੱਖ ਮਿਲੇ। ਦੁੱਖ ਕੋ ਕੀਓ ਨਾ ਕੋਇ, ਦੁੱਖ ਵਾਸਤੇ ਤਾਂ ਨਹੀਂ ਕੋਈ ਯਤਨ ਕੀਤਾ, ਪਰ ਦੁੱਖ ਆਉਂਦੇ ਹੀ ਆ ਨਾ। ਏਦਾਂ ਹੀ ਸੁੱਖ ਵੀ ਆਉਣਗੇ ਮਾਲਕ ਦੀ ਰਜ਼ਾ ਜੇ ਰਹੇਗਾ ਤਾਂ। ਜਾਂ ਯਤਨ ਬਹੁਤ ਸੁੱਖ ਕੇ ਕੀਏ। ਪਾਤਸ਼ਾਹ ਜੀ ਕਹਿੰਦੇ ਵੀ ਸੁੱਖ ਦੇ ਯਤਨ ਕਰਦਾ, ਕਹਿੰਦਾ ਸੁੱਤਾ ਰਹਿਣ ਦਿਓ ਮੈਨੂੰ, ਕਹਿੰਦੇ ਨੀਂਦ ਬੜੀ ਸੋਹਣੀ ਆਈ ਹੈ, ਮੈਂ ਉੱਠਣਾ ਨਹੀਂ ਚਾਹੁੰਦਾ, ਮੈਂ ਹੋਰ ਸੋਣਾ ਚਾਹੁੰਦਾ, ਮੈਂ ਹੋਰ ਖਾਣਾ ਚਾਹੁੰਦਾ, ਮੈਨੂੰ ਆਹ ਵੀ ਖਾ ਲੈਣ ਦਿਓ, ਉਹ ਵੀ ਪਾ ਲੈਣ ਦਿਓ। ਇਹ ਸੁੱਖ ਦੇ ਬੜੇ ਯਤਨ ਕਰਦਾ ਹੈ। ਦੁੱਖ ਕੋ ਕੀਓ ਨਾ ਕੋਇ, ਪਰ ਇਹ ਦੁੱਖ ਦਾ ਜਿਹੜਾ ਯਤਨ ਹੈ, ਜਿਹੜਾ ਅੰਮ੍ਰਿਤ ਵੇਲੇ ਉੱਠਣਾ ਨਾ, ਇਹ ਲੱਗਦਾ ਪਹਿਲਾਂ ਦੁੱਖ ਹੀ ਹੈ। ਕਹਿੰਦੇ ਵੀ ਇਉਂ ਲੱਗਦਾ ਸਵੇਰੇ ਉੱਠਣਾ ਬੜਾ ਦੁੱਖ ਕਰਨ ਵਾਲਾ, ਪਰ ਅਸਲ 'ਚ ਇਹੀ ਸੁੱਖ ਹੈ। ਇਹ ਦੁੱਖ ਦਾ ਯਤਨ ਨਹੀਂ ਕੋਈ ਕੀਤਾ। ਅੰਮ੍ਰਿਤ ਵੇਲੇ ਉੱਠਣ ਦਾ ਉਦਮ ਨਹੀਂ ਕਰਦਾ, ਇਸ਼ਨਾਨ ਨਹੀਂ ਕਰਦਾ, ਕਹਿੰਦਾ ਨਹੀਂ ਵੀ ਨਹਾਤਾ ਨਹੀਂ ਜਾਂਦਾ, ਜਾਂ ਹੋਰ ਕੋਈ ਆਖੇ ਵੀ ਆ ਸ਼ਰਾਬ ਨਾ ਪੀ, ਆ ਮਾੜਾ ਕੰਮ ਨਾ ਕਰ, ਕਹਿੰਦਾ ਮੇਰੇ ਕੋਲ ਛੱਡ ਨਹੀਂ ਹੁੰਦਾ। ਆਪਣੇ ਕਹਿੰਦੇ ਵੀ ਇਹੋ ਜਿਹਾ ਦੁੱਖਾਂ ਦਾ ਯਤਨ ਕੋਈ ਜਿਹਨੂੰ ਸਿਮਰਨ ਨੂੰ ਦੁੱਖ ਮੰਨਿਆ ਹੋਇਆ, ਉਹ ਯਤਨ ਕੋਈ ਨਹੀਂ ਕੀਤਾ। ਹੋਰ ਵਿਹਲੀਆਂ ਰਹਿਣ ਵਾਲੇ, ਵਿਹਲੀਆਂ ਖਾਣ ਵਾਲੇ ਯਤਨ ਬਥੇਰੇ ਕੀਤੇ ਹਨ। ਕਹੋ ਨਾਨਕ ਸੁਨਰੀ ਮਨਾ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਨਾ ਸੁਣ ਲੈ, ਹਰ ਭਾਵੈ ਸੋ ਹੋਏ। ਤੇਰੇ ਯਤਨ ਕਰਨਾ ਕਿ ਜਿੰਨੇ ਮਰਜ਼ੀ ਯਤਨ ਕਰੀ ਜਾ ਸੁੱਖਾਂ ਲਈ, ਦੁੱਖ ਆਉਂਦੇ ਨੇ ਜਿਵੇਂ ਆਪੇ ਵਿੱਚ, ਜੋ ਰੱਬ ਨੂੰ ਚੰਗਾ ਲੱਗਦਾ ਹੋਣਾ ਉਹੀ ਹੈ। ਤੇਰੇ ਕੀਤਿਆਂ ਕੀ ਹੋਣਾ? ਜੇ ਬੰਦੇ ਦਾ ਕੀਤਿਆ ਕੁਝ ਹੁੰਦਾ ਹੋਵੇ ਨਾ, ਇਹ ਤਾਂ ਸਾਧ ਸੰਗਤ ਕਈਆਂ ਨੂੰ ਉਹੀ ਮਾਰਦੇ। ਮਾੜਾ ਜਿਹਾ ਜਿਹਦੇ ਨਾਲ ਵਿਗਾੜ ਹੁੰਦਾ, ਕਹਿੰਦਾ ਵੀ ਮਰ ਜੇ ਪਰਾਂ। ਜਿਹਦੇ ਨਾਲ ਕੋਈ ਥੋੜੀ ਜਿਹੀ ਗੱਲਬਾਤ ਦੀ ਮੇਲ ਨਹੀਂ ਖਾਂਦੀ, ਕਹਿੰਦਾ ਵੀ ਇਹਦਾ ਨੁਕਸਾਨ ਹੋ ਜੇ। ਇੱਕ ਦੂਜੇ ਨੂੰ ਵੇਖ ਕੇ ਨਹੀਂ ਜਰਦੇ ਲੋਕ, ਤਾਂ ਉਹੀ ਮਾਰਦੇ ਨੇ ਸਾਰੇ ਗੱਲਾਂ ਨਾਲ ਹੀ। ਜੇ ਇਹਦਾ ਕੋਈ ਆਪਣਾ ਯਤਨ ਚੱਲਦਾ ਹੋਵੇ, ਇਹ ਤਾਂ ਹਰੀ ਨੂੰ ਜੋ ਪਾਉਂਦਾ, ਰੱਬ ਨੂੰ ਜੋ ਚੰਗਾ ਲੱਗਦਾ ਉਹੀ ਹੁੰਦਾ ਹੈ। ਜਗਤ ਭਿਖਾਰੀ ਫਿਰਤ ਹੈ, ਸਾਰਾ ਜਗਤ ਮੰਗਦਿਆਂ ਦੀ ਨਿਆਈ ਤੁਰਿਆ ਫਿਰਦਾ, ਮੰਗਦੇ ਹੀ ਰਹਿੰਦੇ, ਹਰ ਵੇਲੇ ਮੰਗਦੇ ਹੀ ਰਹਿੰਦੇ, ਆਹ ਮਿਲ ਜੇ, ਉਹ ਮਿਲ ਜੇ। ਸਭ ਕੋ ਦਾਤਾ ਰਾਮ, ਪਰ ਸਾਰਿਆਂ ਦਾ ਦਾਤਾ ਇੱਕ ਰਾਮ ਪਰਮੇਸ਼ਰ ਹੀ ਆ, ਬਾਕੀ ਸਭ ਮੰਗਤੇ ਹੀ ਹਨ, ਉਹ ਤੋਂ ਬਗੈਰ ਦਾਤਾ ਦੂਜਾ ਕੋਈ ਨਹੀਂ। ਕਹੋ ਨਾਨਕ ਮਨ ਸਿਮਰਤੀ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਨਾ, ਜੇ ਕੁਝ ਚਾਹੁੰਦਾ ਹੈ ਨਾ ਤਾਂ ਰੱਬ ਦਾ ਸਿਮਰਨ ਕਰ। ਐਵੇਂ ਮੰਗਤਿਆਂ ਦੇ ਅੱਗੇ ਨਾ ਮੰਗੇ, ਮੰਗਤਿਆਂ ਦਾ ਮੰਗਤਾ ਨਾ ਬਣ। ਦੁਨੀਆ ਦੇ ਲੋਕ ਤਾਂ ਆਪ ਮੰਗਤੇ ਆ, ਕੋਈ ਛੋਟਾ ਮੰਗਤਾ, ਕੋਈ ਵੱਡਾ ਮੰਗਤਾ ਹੈ। ਸਭ ਨੂੰ ਦਾਤਾ ਪਰਮੇਸ਼ਰ ਦਿੰਦਾ, ਉਸ ਪਰਮੇਸ਼ਰ ਦਾ ਮਨਾ ਸਿਮਰਨ ਕਰ ਲਾ ਹੈ ਜੀ ਮਨ ਕਰਕੇ। ਪੂਰਨ ਹੋਵੇ ਕਾਮ, ਧਰਮ ਅਰਥ ਕਾਮ ਮੋਖ ਸਾਰੇ ਹੀ ਜਿਹੜੇ ਕੰਮ ਨੇ ਪੂਰਨ ਹੋ ਜਾਣਗੇ ਜੇ ਪਰਮੇਸ਼ਰ ਦਾ ਸਿਮਰਨ ਕਰੇਗਾ। ਕੋਈ ਵੀ ਕਾਰਜ ਨਹੀਂ ਤੇਰਾ ਅਟਕੇਗਾ। ਝੂਠੈ ਮਾਨ ਕਹਾ ਕਰੈ, ਝੂਠ
ਝੂਠੇ ਮਿਥਿਆ ਮਾਇਆ ਪਦਾਰਥਾਂ ਦੇ ਵਿੱਚ ਮਾਨ ਹੰਕਾਰ ਕੀ ਕਰਦਾ ਹੈ। ਜਗ ਸੁਪਨੇ ਜਿਉ ਜਾਨ। ਆ ਜਗਤ ਸੁਪਨੇ ਦੀ ਨਹੀਂ ਆਈ ਹੈ। ਜਿਵੇਂ ਸੁਪਨੇ ਦੇ ਵਿੱਚ ਜੋ ਕੁਝ ਵੇਖਿਆ ਸੁੱਤਿਆਂ ਤੀਕਰ ਤਾਂ ਠੀਕ ਹੈ ਵੀ ਉਹ ਸਹੀ ਪ੍ਰਤੀਤ ਹੁੰਦਾ, ਜਾਗ ਖੁੱਲੇ ਤੋਂ ਹੀ ਕਹਿੰਦੇ ਐਵੇਂ ਸੁਪਨਾ ਹੀ ਸੀ, ਮੈਂ ਭੁਲੇਖਾ ਖਾ ਗਿਆ ਵੀ ਪਤਾ ਨਹੀਂ ਮੇਰੇ ਕੋਲ ਆ ਪਦਾਰਥ ਆ ਗਏ। ਸੁਪਨੇ ਜਿਵੇਂ ਕਹਿੰਦਾ ਫਲਾਨਾ ਰੋਈ ਜਿਹਾ ਹੀ ਜਾਂਦਾ ਸੀ, ਸੁਪਨੇ 'ਚ ਕਹਿੰਦਾ ਐਵੇਂ ਇੰਨੇ ਪਦਾਰਥ ਮੈਂ ਸਮਝਿਆ ਵੀ ਮੇਰੇ ਕੋ ਆ ਗਏ, ਪਰ ਅਸਲ ਵਿੱਚ ਸਭ ਕੁਝ ਝੂਠਾ ਹੀ ਹੈ। ਇੰਦਾ ਹੀ ਜਗਤ ਹੈ। ਮਹਾਰਾਜ ਕਹਿੰਦੇ ਸੁਪਨੇ ਦੀ ਨਹੀਂ ਨਾਸਵੰਤੀ ਹੈ। ਅਖੀਰ ਫਿਰ ਪ੍ਰਤੀਤ ਹੁੰਦਾ ਕਹਿੰਦੇ ਐਵੇਂ ਹੀ ਸੀ ਖੇਡ, ਬਥੇਰਾ ਕੁਝ ਕੀਤਾ ਪਰ ਐਵੇਂ ਹੀ ਲੰਘ ਗਿਆ ਸਮਾਂ। ਇਹਨ ਮੈਂ ਕਾਇਸ਼ ਤੇਰੋ ਨਹੀਂ। ਇਹਨਾਂ ਪਦਾਰਥਾਂ ਸੰਬੰਧੀਆਂ ਜਿਨ੍ਹਾਂ ਨੂੰ ਤੂੰ ਆਪਣੇ ਮੰਨੀ ਬੈਠਾ ਇਹ ਕੁਝ ਵੀ ਤੇਰਾ ਆਪਣਾ ਹੈ ਨਹੀਂ। ਜਿਵੇਂ ਸੁਪਨੇ ਦੇ ਪਦਾਰਥ ਤੇਰੇ ਹੋ ਸਕਦੇ ਕਦੀ ਨਹੀਂ ਹੁੰਦੇ, ਇਵੇਂ ਜਗਤ ਵਿੱਚ ਤੇਰਾ ਕੁਝ ਵੀ ਨਹੀਂ ਹੈ, ਤੇਰਾ ਕੋਈ ਸਹਾਇਕ ਵੀ ਨਹੀਂ। ਨਾਨਕ ਕਹਿਓ ਬਖਾਨ। ਤਾਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਇਹ ਤੈਨੂੰ ਅਸੀਂ ਵਿਖਿਆਨ ਕਰਕੇ ਚੰਗੀ ਤਰ੍ਹਾਂ ਪਹਿਲਾਂ ਵੀ ਗੁਰਬਾਣੀ 'ਚ ਕਿੰਨੇ ਸ਼ਬਦ ਕਹੇ, ਕਹਿੰਦੇ ਤੁਹਾਨੂੰ ਖੋਲ ਦੱਸਿਆ ਭਲਿਓ ਤੁਹਾਡਾ ਕੁਝ ਨਹੀਂ ਜੇ, ਕੁਝ ਨਹੀਂ ਜੇ, ਇੱਕ ਨਿਰਵਾਹ ਕਰੀ ਜਾਓ, ਐਵੇਂ ਪਕੜ ਨਾ ਬਣਾਓ ਇਹਨਾਂ ਚੀਜ਼ਾਂ ਤੇ। ਗਰਭ ਕਰਤ ਹੈ ਦੇਹ ਕੋ। ਗਰਭ ਕਰਤ ਹੈ ਦੇਹ ਕੋ। ਜੀਵ ਤੂੰ ਵੇਖ ਆਪਣੀ ਦੇਹ ਦਾ ਗਰਭ ਕਰਦਾ, ਹੰਕਾਰ ਕਰਦਾ ਵੀ ਮੇਰਾ ਸਰੀਰ ਹੈ, ਮੇਰੀ ਦੇਹ ਹੈ। ਕਹਿੰਦਾ ਮੈਂ ਬੜਾ ਸੋਹਣਾ ਹਾਂ, ਮੈਂ ਬੜਾ ਸੁੰਦਰ ਲੱਗਦਾ ਹਾਂ। ਬਿਨ ਸੈਸ਼ਨ ਮੈਂ ਮੀਤ। ਮਿੱਤਰਾ ਬਣਦਿਆਂ ਦਾ ਇਹਨੂੰ ਭਾਵੇਂ ਕਹਿੰਦੇ ਵੀ 9 ਮਹੀਨੇ ਦਾ ਸਮਾਂ ਲੱਗਾ, ਪਰ ਇੱਕ ਛਿਣ ਚ ਨਾਸ ਹੋ ਜਾਣਾ। ਇੱਕ ਛਿਣ ਦੇ ਵਿੱਚ ਤੇਰਾ ਸਰੀਰ ਬਿਨਸ ਜਾਵੇਗਾ। ਜੇ ਪ੍ਰਾਨੀ ਹਰ ਜਸ ਕਹਿਓ। ਹਾਂ, ਜਿਸ ਪ੍ਰਾਣਾ ਧਾਰੀ ਜੀਵ ਨੇ ਹਰੀ ਦਾ ਜਸ ਕੀਤਾ ਹੈ ਨਾ, ਜਿੰਨਾ ਚਿਰ ਸਾਹ ਚੱਲਦੇ ਨੇ ਦੇਹ ਦਾ ਹੰਕਾਰ ਛੱਡ ਕੇ ਤੇ ਵਾਹਿਗੁਰੂ ਦੀ ਬੰਦਗੀ ਵੱਲ ਜਿਹੜਾ ਪ੍ਰਾਣਾ ਧਾਰੀ ਜੀਵ ਲੱਗ ਗਿਆ ਹੈ, ਨਾਨਕ ਤੀਹ ਜਗ ਜੀਤ। ਉਹਨੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਗ ਜੀਤ, ਐਵੇਂ ਵੱਖੋ ਵੱਖੀ ਪੜਨਾ, ਜਗਜੀਤ ਹੀ ਕਹਿ ਦਿੰਦੇ ਕਈ ਇਕੱਠਾ। ਨਾਨਕ ਤੇ ਜਗ ਜੀਤ, ਉਸਨੇ ਜਗਤ ਨੂੰ ਜਿੱਤ ਲਿਆ, ਉਹਨੇ ਆਪਣਾ ਜੀਵਨ ਸਫਲ ਕਰ ਲਿਆ। ਧੰਨ ਹੈ ਵੀ ਉਹਦੇ ਚਰਨਾਂ ਦੇ ਨਮਸਕਾਰ ਹੈ ਜਿਨੇ ਨਾਮ ਜਪਿਆ ਦੇ ਜੀਵਨ ਸਫਲ ਬਣਾਇਆ। ਇਹ ਘਟ ਸਿਮਰਨ ਰਾਮ ਕੋ। ਜਿਸ ਪੁਰਖ ਦੇ ਘਟ ਹਿਰਦੇ 'ਚ ਰਾਮ ਪਰਮੇਸ਼ਰ ਦਾ ਸਿਮਰਨ ਹੁੰਦਾ ਹਰ ਸਮੇਂ, ਜਿਹਦੇ ਦਿਲ ਵਿੱਚ ਹਰ ਵੇਲੇ ਵਾਹਿਗੁਰੂ ਚੇਤੇ ਆਉਂਦਾ ਹੈ, ਸੋ ਨਰ ਮੁਕਤ ਜਾਨ। ਉਸ ਪੁਰਖ ਨੂੰ ਮਹਾਰਾਜ ਕਹਿੰਦੇ ਤੁਸੀਂ ਮੁਕਤੀ ਸਮਝ ਲਓ, ਦੁੱਖਾਂ ਤੋਂ, ਚਿੰਤਾ ਤੋਂ, ਫਿਕਰ ਤੋਂ, ਹਰ ਇੱਕ ਚੀਜ਼ ਤੋਂ ਮੁਕਤ ਹੈ। ਜੀਵਨ ਮੁਕਤ, ਬੰਧਨ ਮੁਕਤ, ਜੰਮਣ ਮਰਨ ਤੋਂ ਵੀ ਮੁਕਤ ਹੈ। ਇਹ ਨਰ ਹਰ ਅੰਤਰ ਨਹੀਂ। ਫਿਰ ਇੱਕ ਹੋਰ ਗੱਲ ਦੱਸਦੇ ਮਹਾਰਾਜ ਕਹਿੰਦੇ ਸਿਮਰਨ ਕਰਨ ਵਾਲਾ ਜਿਹੜਾ ਪੁਰਖ ਹੈ ਉਸ ਵਿੱਚ ਤੇ ਹਰੀ ਵਾਹਿਗੁਰੂ ਦੇ ਵਿੱਚ ਕੋਈ ਅੰਤਰਾ ਨਹੀਂ ਹੈ, ਕੋਈ ਭੇਦ ਨਹੀਂ, ਇੱਕੋ ਜਿਹੇ ਹਨ। ਨਾਨਕ ਸੱਚੀ ਮਾਨ। ਸਾਹਿਬ ਕਹਿੰਦੇ ਸਾਡੀ ਸੱਚੀ ਸਿੱਖਿਆ ਭਾਈ ਮੰਨ ਲੈ, ਸਿਮਰਨ ਕਰਨ ਵਾਲਾ ਰੱਬ ਵਰਗਾ ਹੀ ਹੋ ਜਾਂਦਾ, ਪਰਮੇਸ਼ਰ ਵਰਗਾ ਹੀ ਬਣ ਜਾਂਦਾ ਹੈ। ਏਕ ਭਗਤ ਭਗਵਾਨ। ਇੱਕ ਪਰਮੇਸ਼ਰ ਦੀ ਜੋ ਪ੍ਰੇਮਾ ਭਗਤੀ ਹੈ ਵਾਹਿਗੁਰੂ ਦੀ, ਇਹ ਪ੍ਰਾਨੀ ਕੈ ਨਾਹਿ ਮਨ। ਜਿਸ ਮਨੁੱਖ ਦੇ ਪ੍ਰਾਣੀ ਦੇ ਮਨ ਵਿੱਚ ਇੱਕ ਵਾਹਿਗੁਰੂ ਦੀ ਬੰਦਗੀ ਨਹੀਂ ਹੈ, ਪਰਮੇਸ਼ਰ ਦਾ ਪ੍ਰੇਮ ਨਹੀਂ, ਪਾਲਕ ਦਾ ਸਿਮਰ ਨਹੀਂ ਵਸਦਾ। ਜੈਸੀ ਸੂਕਰ ਸੁਆਨ। ਪਾਤਸ਼ਾਹ ਕਹਿੰਦੇ ਉਹਦਾ ਜੀਵਨ ਭ੍ਰਿਸ਼ਟ ਸਮਝੋ, ਜਿਵੇਂ ਸੂਰ ਹੁੰਦਾ ਏ, ਜਿਵੇਂ ਸਵਾਨ ਕੁੱਤਾ ਹੁੰਦਾ ਏ ਨਾ, ਉਸੇ ਤਰ੍ਹਾਂ ਦਾ ਕਹਿੰਦੇ ਪਵਿੱਤਰ ਸਰੀਰ ਹੈ ਉਸ ਮਨੁੱਖ ਦਾ ਜਿਹਦੇ ਮਨ ਵਿੱਚ ਵਾਹਿਗੁਰੂ ਦੀ ਬੰਦਗੀ ਨਹੀਂ। ਜਿਹੜਾ ਸੂਕਰ ਸੂਰ ਹੈ, ਜਿਵੇਂ ਇਹ ਗੰਦਗੀ ਖਾਂਦਾ ਹੈ, ਇਸੇ ਤਰ੍ਹਾਂ ਪਰਾਈ ਨਿੰਦਿਆ ਕਰਨ ਵੀ ਗੰਦਗੀ ਖਾਂਦਾ ਰਹਿੰਦਾ ਹੈ। ਜਿਵੇਂ ਸਵਾਨ ਕੁੱਤਾ ਹਰ ਵੇਲੇ ਹਾਡੀ ਚੂਸਦਾ ਰਹਿੰਦਾ ਹੈ ਨਾ, ਕਿਤੇ ਵੀ ਹੱਡ ਉਹਨੂੰ ਮਿਲਣ, ਇਸੇ ਤਰ੍ਹਾਂ ਹੀ ਇਹ ਪਰਾਏ ਰੂਪ ਵੇਖਣ, ਪਰਾਏ ਘਰਾਂ ਨੂੰ ਤੱਕਣ ਰੂਪੀ ਕਹਿੰਦੇ ਵੀ ਕੁਰਾਂਗੀ ਖਾਂਦਾ ਰਹਿੰਦਾ, ਹੱਡੀਆਂ ਚੂਸਦਾ ਰਹਿੰਦਾ ਹੈ। ਜਿਵੇਂ ਸੂਰ ਹਰ ਸਮੇਂ ਗੰਦਗੀ ਖਾਂਦਾ, ਕੁੱਤਾ ਹੱਡ ਚੂਸਦਾ, ਜਿਹਦੇ ਮਨ ਵਿੱਚ ਬੰਦਗੀ ਨਹੀਂ ਵਸੀ, ਉਹ ਮਨੁੱਖ ਹਰ ਵੇਲੇ ਨਿੰਦਾ ਚੁਗਲੀ ਰੂਪੀ ਗੰਦਗੀ ਖਾਂਦਾ, ਮਾਨੋ ਵੀ ਉਦੋਂ ਸੂਰ ਹੈ। ਹਰ ਵੇਲੇ ਪਰਾਏ ਘਰਾਂ ਨੂੰ ਤੱਕਦਾ, ਮਾਨੋ ਵੀ ਕੁੱਤੇ ਦੀ ਨਿਆਈ ਹੱਡ ਚੂੰਡ ਰਿਹਾ ਹੈ। ਨਾਨਕ ਮਾਨੋ ਤਾਹੀ ਤਨ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਉਹ ਕੁੱਤੇ ਦੇ ਸੂਰ ਦੇ ਵਾਂਗ ਉਹਨਾਂ ਦਾ ਸਰੀਰ ਅਪਵਿੱਤਰ ਸਮਝੋ,
ਸਮਝੋ ਜਿਨ੍ਹਾਂ ਦੇ ਮਨ ਵਿੱਚ ਰੱਬ ਨਹੀਂ ਵੱਸਦਾ। ਸੁਆਮੀ ਕੂ ਗ੍ਰਹਿ ਜਿਉ ਸਦਾ। ਪਰ ਫੇਰ ਵੀ ਕੁੱਤੇ ਵਿੱਚ ਕਹਿੰਦੇ ਇੱਕ ਵਧੇਕ ਗੁਣ ਵੀ ਹੈਗਾ ਹੈ, ਉਹ ਇਹ ਹੈ ਵੀ ਜਿਵੇਂ ਉਹ ਆਪਣੇ ਮਾਲਕ ਦਾ ਜਿਹੜਾ ਘਰ ਹੈ ਨਾ, ਸਦਾ ਜਿਹੜਾ ਕੁੱਤਾ ਸਵਾਨ ਤਜਤ ਨਹੀਂ ਨਿਤ। ਜਿਹੜਾ ਕੁੱਕਰ ਹੈ ਆਪਣੇ ਮਾਲਕ ਦੇ ਘਰੋਂ ਰੋਟੀ ਖਾ ਕੇ ਵਫਾਦਾਰੀ ਨਿਭਾਉਂਦਾ ਹੈ, ਰਾਤ ਪਹਿਰਾ ਦਿੰਦਾ, ਮਾਲਕ ਦਾ ਘਰ ਨਹੀਂ ਛੱਡਦਾ, ਸਦਾ ਹੀ ਉਹਦੇ ਘਰ ਦੇ ਵਿੱਚ ਪਹਿਰੇਦਾਰ ਬਣਿਆ ਰਹਿੰਦਾ ਹੈ, ਉਹਦਾ ਗੁਣ ਹੈ। ਨਾਨਕ ਇਹ ਵਿਧ ਹਰ ਭਜਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕੁੱਤੇ ਤੋਂ ਹੀ ਗੁਣ ਲੈ ਲਵੋ, ਜਿਵੇਂ ਉਹ ਮਾਲਕ ਦਾ ਵਫਾਦਾਰ ਹੁੰਦਾ ਹੈ, ਜਿਹੜਾ ਉਹਨੂੰ ਰੋਟੀ ਦਾ ਟੁੱਕ ਪਾਉਂਦਾ, ਹਾਲਾਂਕਿ ਬੈਠਦਾ ਵੀ ਉਹ ਉੱਥੇ ਜਿੱਥੇ ਜੁੱਤੀਆਂ ਲਾਈਆਂ ਹੁੰਦੀਆਂ ਮਾਲਕ ਨੇ, ਘਰੋਂ ਬਾਹਰ ਬੈਠਦਾ ਹੈ, ਚੌਂ ਚੌਂ ਕਰਦਾ ਹੈ, ਮਾਲਕ ਮਾਰੇ ਵੀ ਤੇ ਉਹਦੇ ਪੈਰਾਂ ਨੂੰ ਜਿਹੜਾ ਹੈ ਸੁੰਘਦਾ, ਜ਼ਬਾਨ ਨਾਲ ਚੱਟਦਾ, ਅੱਗੋਂ ਐਨ ਨਿਮਾਣਾ ਜਿਹਾ ਬਣਦਾ ਹੈ। ਕਹਿੰਦੇ ਵੀ ਹੇ ਜੀਵ, ਇਸ ਢੰਗ ਦੇ ਨਾਲ ਬਣ ਕੇ ਮਾਲਕ ਜੋ ਦਵੇ ਉਹਦੇ ਵਿੱਚ ਪ੍ਰਸੰਨ ਰਹਿ, ਉਹਦਾ ਵਫਾਦਾਰ ਬਣ, ਤੈਨੂੰ ਮਨੁੱਖਾ ਜਨਮ ਦਿੱਤਾ ਤੇ ਵਾਹਿਗੁਰੂ ਦਾ ਭਜਨ ਕਰ, ਕੁੱਤੇ ਕੋ ਸਿੱਖਿਆ ਲੈ ਲਾ। ਇੱਕ ਮਨ ਹੋਏ ਇੱਕ ਚਿੱਤ। ਇੱਕ ਮਨ ਇੱਕ ਚਿੱਤ ਭਾਵ ਬਿਲਕੁਲ ਐਨ ਪੂਰਨ ਇਕਾਗਰਤਾ ਦੇ ਨਾਲ ਸਿਮਰਨ ਕਰ, ਵਾਹਿਗੁਰੂ ਦਾ ਸ਼ੁਕਰਾਨਾ ਕਰ। ਇਹ ਕੁੱਕਰ ਦੇ ਵਿੱਚ ਮਨੁੱਖ ਨਾਲੋਂ ਵਧੇਕ ਗੁਣ ਹੈ ਵੀ ਆਪਣੇ ਮਾਲਕ ਦਾ ਵਫਾਦਾਰ ਰਹਿੰਦਾ ਹੈ। ਇਸੇ ਤਰ੍ਹਾਂ ਹੈ ਭਾਈ, ਤੂੰ ਵੀ ਆਪਣੇ ਮਾਲਕ ਵਾਹਿਗੁਰੂ ਦਾ ਵਫਾਦਾਰ ਬਣ, ਉਹਦਾ ਦਿੱਤਾ ਰੋਟੀ ਟੁੱਕ ਖਾਣਾ ਹੈ ਤੇ ਉਹਦਾ ਨਾਮ ਜਪਣ ਦਾ ਪਹਿਰਾ ਵੀ ਦੇ, ਹੁਣ ਸਿਮਰਨ ਕਰ। ਤੀਰਥ ਵਰਤ ਆਰ ਦਾਨ ਕਰ। ਧਰਮ ਦੇ ਕਰਮ ਕਰਦੇ ਆ ਜਿਹੜੇ ਹੰਕਾਰ ਕਰਦੇ ਨੇ, ਉਹਨਾਂ ਨੂੰ ਸੋਝੀ ਦੇਣ ਲਈ ਸਾਹਿਬ ਕਹਿੰਦੇ ਵੀ ਜਿਹੜਾ ਕੋਈ ਪੁਰਖ ਤੀਰਥਾਂ ਦੀ ਯਾਤਰਾ ਕਰਦਾ, ਇਸ਼ਨਾਨ ਕਰਦਾ ਹੈ, ਵਰਤ ਆਦਿਕ ਜਿਵੇਂ ਸਨਾਤਨੀ ਰੱਖਦੇ ਨੇ, ਹੋਰ ਦਾਨ ਪੁੰਨ ਕਰਦੇ ਨੇ, ਇਹ ਤੋਂ ਭਾਵ ਹੈ ਵੀ ਕਿਸੇ ਵੀ ਧਰਮ ਦੇ ਜਿਹੜੇ ਚੰਗੇ ਕਰਮ ਹੈ ਜਿਹੜਾ ਵੀ ਮਨੁੱਖ ਕਰਦਾ ਹੈ, ਮਨ ਮੈਂ ਧਰੈ ਗੁਮਾਨ। ਪਰ ਇਹ ਕਰਕੇ ਫਿਰ ਮਨ ਚ ਗੁਮਾਨ ਧਾਰਨ ਕਰ ਲੈ, ਹੰਕਾਰ ਕਰੇ ਵੀ ਮੈਂ ਇੰਨੀ ਵਾਰ ਫਲਾਣੇ ਗੁਰਦੁਆਰੇ ਯਾਤਰਾ ਕੀਤੀ, ਇੰਨੀ ਵਾਰ ਫਲਾਣੇ ਥਾਂ ਤੇ ਜਾ ਆਇਆ। ਹੇਮਕੁੰਟ ਸਾਹਿਬ ਨੂੰ ਜਾ ਰਹੇ ਤੇ ਇੱਕ ਬੰਦਾ ਰਾਹ ਦੇ ਵਿੱਚ ਰੋਕ ਰੋਕ ਸਾਰਿਆਂ ਨੂੰ ਦੱਸੇ, ਕਹਿੰਦਾ ਤੁਹਾਨੂੰ ਪਤਾ, ਕਹਿੰਦਾ ਕਿੰਨੀ ਵਾਰ ਆਏ? ਕੋਈ ਕਹਿੰਦਾ ਜੀ ਪਹਿਲੀ ਵਾਰ। ਕਹਿੰਦਾ ਮੈਨੂੰ ਇੰਨੇ ਸਾਲ ਹੋ ਗਏ, ਮੈਂ ਹਰ ਵਾਰ ਹੀ ਆਉਣਾ। ਉਹ ਤੂੰ ਆਉਂਦਾ ਹੈ, ਭਲਿਆ ਭਰਾ ਹੈ, ਚੰਗੀ ਗੱਲ ਹੈ, ਪਰ ਲੋਕਾਂ ਨੂੰ ਕਿਉਂ ਖਿਲਾਰ ਖਿਲਾਰ ਦੱਸਦਾ? ਤੇ ਬਾਹਰਲੇ ਦੇਸ਼ 'ਚ ਕੋਈ ਨੌਜਵਾਨ ਦੱਸਣ, ਕਹਿੰਦੇ ਅਸੀਂ ਗਏ, ਇੱਕ ਬਜ਼ੁਰਗ ਬੈਠਾ ਉੱਥੇ, ਕਹਿਣ ਲੱਗਾ ਜਵਾਨਾ ਤੁਹਾਨੂੰ ਪਤਾ ਇਸ ਗੁਰਦੁਆਰੇ ਸਭ ਤੋਂ ਪਹਿਲਾਂ ਕੌਣ ਆਇਆ ਸੀ? ਕਹਿੰਦੇ ਨਹੀਂ ਜੀ ਅਸੀਂ ਤਾਂ ਹੁਣ ਆਏ। ਕਹਿੰਦਾ ਮੈਂ ਆਇਆ ਸੀ ਜਦੋਂ ਗੁਰਦੁਆਰਾ ਬਣਿਆ ਸੀ ਨਾ, ਸਭ ਤੋਂ ਪਹਿਲਾਂ ਕਹਿੰਦਾ ਮੈਂ ਮੱਥਾ ਟੇਕਿਆ ਸੀ। ਵੀ ਬੜੀ ਵੱਡੀ ਗੱਲ ਹੈ ਭਾਈ ਤੇਰੀ ਇਹ, ਵੀ ਜਿਹੜਾ ਤੂੰ ਜੇ ਪਹਿਲਾਂ ਉੱਥੇ ਹਾਜ਼ਰ ਸੀ ਤੂੰ ਹੀ ਮੱਥਾ ਟੇਕੇਗਾ, ਜੇ ਕੋਈ ਹੋਰ ਹੁੰਦਾ ਉਹ ਟੇਕ ਲੈਂਦਾ। ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ, ਕੋਈ ਧਰਮ ਦਾ ਕਰਮ ਕਰਕੇ ਕੋਈ ਸੇਵਾ ਕਰਦਾ, ਕੋਈ ਦਾਨ ਪੁੰਨ ਕਰਦਾ, ਬੜੇ ਵਧੀਆ ਵਧੀਆ ਕਾਰਜ ਲੋਕ ਕਰਦੇ ਨੇ, ਪਰ ਵੱਡੀ ਗੱਲ ਹੈ ਵੀ ਉਹਨਾਂ ਜੋ ਬਹੁਤੇ ਹੰਕਾਰ ਬੜਾ ਕਰਦੇ ਨੇ ਵੀ ਅਸੀਂ ਆਹ ਕੀਤਾ। ਸਾਹਿਬ ਕਹਿੰਦੇ ਵੀ ਧਰਮ ਦੇ ਕਰਮ ਕਰਨੇ, ਦਾਨ ਪੁੰਨ, ਤੀਰਥ ਯਾਤਰਾ, ਇਸ਼ਨਾਨ, ਸਭ ਕੁਝ ਭਲਾ ਹੈ ਭਾਈ, ਪਰ ਜਿਹੜੇ ਕਰਮ ਕਰਕੇ ਕੋਈ ਮਨ ਵਿੱਚ ਹੰਕਾਰ, ਚਿੱਤ ਵਿੱਚ ਗੁਮਾਨ ਧਾਰਦਾ ਹੈ, ਨਾਨਕ ਨੇਹ ਫਲ ਜਾਤ ਤੀ ਹੈ। ਮਹਾਰਾਜ ਕਹਿੰਦੇ ਉਸ ਪੁਰਖ ਦੇ ਕੀਤੇ ਹੋਏ ਧਰਮ ਦੇ ਸਾਰੇ ਹੀ ਭਲੇ ਕਰਮ ਵਿਅਰਥ ਹੀ ਚਲੇ ਜਾਂਦੇ ਹਨ ਜੇ ਹੰਕਾਰ ਧਾਰ ਲਵੇ। ਜਿਉ ਕੁੰਚਰ ਇਸਨਾਨ। ਉਹ ਵਿਅਰਥ ਐਵੇਂ ਜਾਂਦੇ, ਉਦਾਹਰਨ ਦਿੰਦੇ ਜਿਵੇਂ ਕਹਿੰਦੇ ਹਾਥੀ ਦਾ ਇਸ਼ਨਾਨ ਹੈ। ਹਾਥੀ ਨੂੰ ਮਹਾਵਤ ਹੈ, ਮਲ ਮਲ ਕੇ ਨਵਾਉਂਦਾ, ਚਿੱਟਾ ਕੱਢ ਦਿੰਦਾ ਹੈ, ਉਰੇ ਆਇਆ ਨਹੀਂ, ਸੁੰਡ ਦੇ ਨਾਲ ਖੇਪ ਫਿਰ ਸਿਰ ਦੇ ਵਿੱਚ ਪਾਉਂਦਾ ਸਭ ਤੋਂ ਪਹਿਲਾਂ, ਤੇ ਨਾਲ ਜਿਹੜਾ ਲਾਗੇ ਹੋਵੇ ਉਹਦੇ ਉੱਤੇ ਵੀ ਪਾਉਂਦਾ ਹੈ। ਕਹਿੰਦੇ ਜਿਵੇਂ ਹਾਥੀ ਨੂੰ ਚੰਗੀ ਤਰ੍ਹਾਂ ਨਵਾਇਆ ਧਵਾਇਆ ਹੋਵੇ, ਪਰ ਫਿਰ ਉਹ ਆਪਣੇ ਸਿਰ ਦੇ ਵਿੱਚ ਖੇ ਹੀ ਪਾਉਂਦਾ ਹੈ। ਇਸੇ ਤਰ੍ਹਾਂ ਚੰਗੇ ਕੰਮ ਕਰਕੇ ਜਿਹੜਾ ਹੰਕਾਰ ਕਰਨਾ ਨਾ ਵੀ ਅਸੀਂ ਆਹ ਕਰਤਾ, ਸੇਵਾਵਾਂ ਬਹੁਤ ਕਰਦੇ ਨੇ, ਪਰ ਹੰਕਾਰ ਕਹਿੰਦੇ ਅਸੀਂ ਆਹ ਸੇਵਾ ਕਰਤੀ, ਅਸੀਂ ਉਹ ਕਰਤੀ। ਕਹਿੰਦੇ ਇਦਾਂ ਸਮਝ ਲਓ ਜਿਵੇਂ ਸਿਰ ਵਿੱਚ ਸਵਾਹ ਪਾ ਲਈ ਕੋਈ ਚੰਗਾ ਕੰਮ ਕਰਕੇ ਹੰਕਾਰ ਕਰਨ ਦੇ ਨਾਲ। ਸਿਰ ਕੰਬਿਓ ਪਗ ਡਾਗ ਮਗੈ। ਆਸ਼ਾ ਕਹਿੰਦੇ ਮਨੁੱਖ ਸਾਰੀ ਉਮਰ ਕਹਿੰਦਾ ਅੱਜ ਕਰਦੇ ਆ ਸਿਮਰਨ, ਕੱਲ ਕਰਦੇ ਆ, ਕੱਲ ਪਰਸੋਂ ਕਰਦੇ ਆ, ਉਹ ਹਾਲਤ ਦੱਸਦੇ ਕਹਿੰਦੇ ਵੀ ਇਦਾਂ ਅੱਜ ਕੱਲ ਕਰਦੇ ਆ, ਹੁਣ ਕੀ ਹੋਇਆ, ਹੁਣ ਬੁੱਢਾ ਹੋ ਗਿਆ, ਸਿਰ ਕੰਪਿਓ ਪੱਗ ਡਗ ਮਗੈ, ਬਿਰਧ ਅਵਸਥਾ ਆਉਣ ਕਰਕੇ ਹੁਣ ਸਿਰ ਜਿਹੜਾ ਹੈ ਨਾ ਕੰਬਦਾ ਹੈ, ਐ ਸਿਰ ਸਹੀਏ ਸਹੀਏ ਹਿਲਦਾ ਰਹਿੰਦਾ, ਕਮਜ਼ੋਰੀ ਆ ਗਈ ਹੈ।
ਪੱਗ ਡਗਮਗ, ਪੈਰ ਜਿਹੜੇ ਨੇ ਉਹ ਵੀ ਡਗਮਗ ਕਰਦੇ, ਪੈਰ ਸਹੀ ਨਹੀਂ ਪੈਂਦੇ। ਤੁਰਨ ਦਾ ਯਤਨ ਕਰਦਾ ਤੇ ਸੱਜੇ ਖੱਬੇ ਡਿੱਗਣ ਲੱਗਦਾ, ਤਾਈਓ ਤਾਂ ਸੋਟੀ ਫੜਦਾ ਜਾਂ ਕਿਸੇ ਦੇ ਮੋਢੇ ਤੇ ਹੱਥ ਰੱਖਦਾ। ਬਿਰਧ ਅਵਸਥਾ ਆ ਗਈ, ਪੈਰ ਡਾਵਾਂ ਡੋਲ ਹੋਣ ਲੱਗ ਪਏ। ਪਾਤਸ਼ਾਹ ਕਹਿੰਦੇ ਸਿਰ ਕੰਬਣ ਲੱਗ ਪਿਆ। ਨੈਣ ਜੋਤ ਤੀਹੀਨ, ਜਿਹੜੇ ਨੇਤਰ ਹਨ ਉਹ ਵੇਖਣ ਦੀ ਸ਼ਕਤੀ ਤੋਂ ਹੀਣੇ ਹੋ ਗਏ, ਦਿਖਦਾ ਨਹੀਂ ਹੈ। ਉੱਤੇ ਹੱਥ ਰੱਖ ਕੇ ਅੱਖਾਂ ਦੇ ਵੇਖਦਾ ਹੈ। ਫਿਰ ਕਹਿੰਦਾ ਸਿਆਣਿਆ ਨਹੀਂ ਤੈਨੂੰ ਕੌਣ ਹੈ। ਇਸ ਤਰ੍ਹਾਂ ਅੱਖਾਂ ਦੇ ਵਿੱਚ ਜਿਹੜੀ ਰੌਸ਼ਨੀ ਸੀ, ਜੋਤ ਸੀ, ਉਹ ਵੀ ਘਟ ਗਈ ਆ। ਕਹੋ ਨਾਨਕ ਇਹ ਬਿਧ ਭਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਅਫਸੋਸ ਇਸ ਗੱਲ ਦਾ ਨਹੀਂ ਹੈ ਵੀ ਇਹਦੀ ਇਹ ਹਾਲਤ ਹੋਈ ਹੈ। ਸਰੀਰ ਤਾਂ ਬਿਰਧ ਸਾਰਿਆਂ ਦੇ ਹੀ ਹੋਣੇ ਨੇ, ਦੇਖਣੋਂ ਘਟ ਜਾਂਦਾ ਹੈ, ਜਿਹੜੇ ਸਰੀਰ ਦੇ ਵਿੱਚ ਬਲ ਘਟ ਜਾਂਦਾ ਹੈ। ਪਰ ਅਫਸੋਸ ਇਸ ਗੱਲ ਦਾ ਵੀ ਵੇਖੋ ਵੀ ਇਹ ਬਿਰਧ ਹੋ ਗਿਆ ਹੈ, ਮਰਨ ਕਿਨਾਰੇ ਪਿਆ ਹੈ। ਐਸੀ ਹਾਲਤ ਹੋ ਗਈ ਵੀ ਇੰਦਰੇ ਵੀ ਹੁਣ ਸਾਥ ਨਹੀਂ ਦਿੰਦੇ। ਕੰਨਾਂ ਦੇ ਵਿੱਚ ਵੀ ਉਹ ਅਗਲਾ ਆਵਾਜ਼ ਮਾਰ ਕੇ ਕੁਝ ਕਹਿੰਦਾ ਤੇ ਸੁਣਦਾ ਕੁਝ ਹੋਰ ਹੀ ਹੈ। ਇੱਥੋਂ ਤੱਕ ਹਾਲਤ ਹੋ ਗਈ ਆ। ਤਉ ਨਹਰ ਰਸ ਲੀਨ, ਤਦ ਵੀ ਜੀਵ ਹਰੀ ਪਰਮੇਸ਼ਰ ਦੇ ਨਾਮ ਜਪਣ ਦਾ ਰਸ ਨਹੀਂ ਲੈਂਦਾ, ਫੇਰ ਵੀ ਸਿਮਰਨ ਨਹੀਂ ਕਰਦਾ। ਹਾਲਾਂ ਕਹਿੰਦਾ ਮੇਰੀ ਅਰਦਾਸ ਕਰੋ, ਮੈਂ ਆਪਣਾ ਦੋਤਰਾ ਪੋਤਰਾ ਵਿਆਹ ਕੇ ਜਾਵਾਂ। ਕਹਿੰਦਾ ਮੈਂ ਤਾਂ ਹਾਲਾਂ ਪੋਤਰੇ ਦਾ ਜਿਹੜਾ ਹੈ ਨਾ ਲੜਕਾ, ਪੋਤਰੇ ਦਾ ਮੁੰਡਾ ਵੇਖਣਾ। ਹਾਲਾਂ ਦਾ ਅਰਦਾਸ ਕਰਦੇ ਵੀ ਮੇਰੀ ਉਮਰ ਵੱਧ ਜੇ। ਉਹ ਨਾਮ ਜਪ ਲੈ ਤੂੰ, ਹੁਣ ਕਿਹੜੇ ਚੱਕਰਾਂ 'ਚ ਪਿਆ। ਨਾਲੇ ਲੋਕਾਂ ਨੂੰ ਲਾਮੇ ਦਿੰਦਾ ਰਹਿਣਾ, ਨਿਆਣੇ ਆਖੇ ਨਹੀਂ ਲੱਗਦੇ, ਨਾਲੇ ਹੋਰ ਪਾਸੇ ਤੁਰਿਆ ਫਿਰਦਾ। ਸਿਮਰਨ ਕਰ ਲੈ, ਸਿਮਰਨ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅਫਸੋਸ ਹੁੰਦਾ ਲੋਕਾਂ ਵੱਲ ਵੇਖ ਕੇ, ਜਿਹੜੇ ਇਸ ਹਾਲਤ ਤੀਕਰ ਪਹੁੰਚ ਗਏ ਨੇ ਤਾਂ ਵੀ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ। ਸਗੋਂ ਜਿਉਂ-ਜਿਉਂ ਮਨਮੁਖ ਬੰਦੇ ਬਿਰਧ ਹੁੰਦੇ ਨੇ, ਉਹਨਾਂ ਦੇ ਮੂੰਹ ਦੇ ਵਿੱਚ ਗਾਲਾਂ ਹੋਰ ਜ਼ਿਆਦੀਆਂ ਚੜ ਜਾਂਦੀਆਂ। ਗਾਲਾਂ ਕੱਢਣ ਤੋਂ ਬਗੈਰ ਕਿਸੇ ਨੂੰ ਬੁਲਾਉਂਦੇ ਨੇ। ਕਰਨਾ ਸੀ ਭਜਨ, ਕਰਨੀ ਸੀ ਬੰਦਗੀ, ਉਹ ਨਹੀਂ ਕੀਤੀ, ਨਾਮ ਦਾ ਰਸ ਨਹੀਂ ਲਿਆ। ਨਿਜ ਕਰ ਦੇਖਿਓ ਜਗਤ ਮੈਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੀ ਨਿਜ ਕਰਕੇ, ਭਾਵ ਆਪ ਚੰਗੀ ਤਰ੍ਹਾਂ ਵਿਚਾਰ ਕੇ ਪਰਖ ਕੇ ਜਗਤ ਦੇ ਵਿੱਚ ਵੇਖਿਆ ਹੈ। ਕੋ ਕਾਹੂ ਕੋ ਨਾਹੀ, ਇਹ ਸਾਰਾ ਜਿਹੜਾ ਜਗਤ ਹੈ ਨਾ ਨਿਜ ਕਰ ਦੇਖਿਓ, ਆਪਣੇ ਬਣਾ ਕੇ ਵੇਖਿਆ। ਕਹਿੰਦੇ ਸਾਰਿਆਂ ਨੂੰ ਚੰਗੀ ਤਰ੍ਹਾਂ ਪਰਖ ਕੀਤੀ ਹੈ। ਕੋ ਕਾਹੂ ਕੋ ਨਾਹੀ, ਪਰ ਜਗਤ ਦੇ ਵਿੱਚ ਵਾਸਤਵ ਵਿੱਚ ਕੋਈ ਵੀ ਕਿਸੇ ਦਾ ਨਹੀਂ ਹੈ। ਸਾਰੇ ਆਪੋ ਆਪਣੇ ਹਨ, ਆਪੋ ਆਪਣੇ ਲਈ ਤੁਰੇ ਫਿਰਦੇ ਨੇ, ਆਪੋ ਆਪਣੇ ਲਈ ਉਹ ਸਾਰੀਆਂ ਸਾਂਝਾਂ ਨੇ। ਕੋਈ ਵੀ ਕਿਸੇ ਦਾ ਮਹਾਰਾਜ ਸਾਹਿਬ ਜੀ ਕਹਿੰਦੇ ਨਹੀਂ ਹੈ। ਨਾਨਕ ਥਿਰ ਹਰ ਭਗਤ ਹੈ, ਜਾਂ ਕੋਈ ਵਕਤ ਵੀ ਸਦਾ ਨਹੀਂ ਰਹਿੰਦਾ ਹੁੰਦਾ। ਥਿਰ ਕੀ ਹੈ, ਰਹਿਣ ਵਾਲਾ ਕੀ ਹੈ। ਸਾਹਿਬ ਕਹਿੰਦੇ ਹਰੀ ਦੀ ਬੰਦਗੀ ਕਰੋ, ਪਰਮੇਸ਼ਰ ਸਦਾ ਰਹਿਣ ਵਾਲਾ ਹੈ। ਵਾਹਿਗੁਰੂ ਦੀ ਬੰਦਗੀ ਸਦਾ ਨਾਲ ਰਹਿਣ ਵਾਲੀ ਹੈ। ਇਹ ਰੱਖੋ ਮਨ ਮਾਹੀ, ਵਾਹਿਗੁਰੂ ਦੀ ਪ੍ਰੇਮਾ ਭਗਤੀ ਆਪਣੇ ਮਨ ਦੇ ਵਿੱਚ ਭਲਿਓ ਵਸਾ ਕੇ ਰੱਖਣਾ ਕਰੋ। ਜਗ ਰਚਨਾ ਸਭ ਝੂਠ ਹੈ। ਸਤਿਗੁਰੂ ਕਹਿੰਦੇ ਜਿਹੜਾ ਜਗਤ ਹੈ ਨਾ, ਹੈਗਾ ਤੇ ਠੀਕ ਹੈ ਵੀ ਜੋ ਪ੍ਰਤੀਤ ਹੁੰਦਾ, ਹੈਗਾ ਜ਼ਰੂਰ ਹੈ, ਪਰ ਇਹਦੀ ਜਿਹੜੀ ਰਚਨਾ ਹੈ ਨਾ ਝੂਠੀ ਕੀ ਹੈ, ਨਾਸ਼ਵੰਤ ਹੈ। ਦੇਖਦਾ ਹੈ ਨਾ ਜੋ ਜਗਤ ਇਹ ਹੈਗਾ ਏ, ਪਰ ਇੱਕ ਦਿਨ ਨਾਸ਼ ਹੋ ਜਾਣਾ ਹੈ। ਇਸ ਕਰਕੇ ਭਾਈ ਜਿਹੜੀ ਜਗਤ ਦੀ ਰਚਨਾ ਹੈ ਤੁਸੀਂ ਸਮਝ ਲਓ, ਜਾਣ ਲਵੋ ਵੀ ਸਾਰੀ ਝੂਠੀ ਹੈ, ਨਾਸ਼ਵੰਤ ਹੈ। ਜਾਨ ਲੀਹੋ ਰੀ ਮੀਤ, ਹੇ ਪਿਆਰਿਆ ਸੱਜਣਾ, ਜਗਤ ਦੀ ਰਚਨਾ ਬਣਾਵਟ ਮਿਥਿਆ ਹੈ, ਨਾਸ਼ ਹੋਣ ਵਾਲੀ ਹੈ। ਕਿਵੇਂ ਨਾਸ਼ ਹੁੰਦੀ ਹੈ ਦੱਸਦੇ ਹਨ। ਕਹੇ ਨਾਨਕ ਥਿਰ ਨਾਰ ਹੈ। ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ, ਇਹ ਜਗਤ ਦੀ ਰਚਨਾ ਕਹਿੰਦੇ ਥਿਰ ਨਹੀਂ ਰਹਿੰਦੀ, ਸਦਾ ਕਾਇਮ ਨਹੀਂ ਰਹਿ ਸਕਦੀ। ਜਿਉਂ ਬਾਲੂ ਕੀ ਭੀਤ, ਜਿਵੇਂ ਕਹਿੰਦੇ ਬਾਲੂ ਰੇਤ ਦੀ ਜਿਹੜੀ ਕੰਧ ਨਹੀਂ ਨਾ ਥਿਰ ਰਹਿੰਦੀ, ਜਿਵੇਂ ਰੇਤ ਦੇ ਵਿੱਚ ਪਾਣੀ ਮਿਲਾ ਕੇ ਉਹਨੂੰ ਗਿੱਲੀ ਕਰਕੇ ਉਹਦੀ ਕੰਧ ਬਣਾ ਸਕਦੇ ਆ, ਬਣ ਜਾਂਦੀ ਆ। ਗਿੱਲੀ ਹੋਵੇ ਜਦੋਂ ਰੇਤਾ ਤਾਂ ਜੁੜਦੀ ਜਾਂਦੀ, ਸਹਿਜੇ ਸਹਿਜੇ ਕੰਧ ਬਣ ਜਾਂਦੀ ਹੈ। ਪਰ ਜਿਵੇਂ ਜਿਵੇਂ ਉਹ ਰੇਤਾ ਜੋ ਪਾਣੀ ਸੁੱਕਦਾ ਜਾਂਦਾ ਹੈ, ਸਹਿਜੇ ਸਹਿਜੇ ਉਹ ਰੇਤ ਜਿਹੜੀ ਹੈ ਧੁੱਪ ਦੇ ਨਾਲ ਕਿਰ ਕੇ ਢਹਿ ਜਾਂਦੀ ਹੈ। ਇਸੇ ਤਰ੍ਹਾਂ ਜਗਤ ਦੀ ਰਚਨਾ ਤਾਂ ਹੈਗੀ ਹੈ, ਪਰ ਹੈਗੀ ਇਹ ਗਿੱਲੀ ਰੇਤ ਵਾਂਗ ਹੀ ਹੈ। ਜਿੱਦਾਂ ਸਵਾਸਾਂ ਰੂਪੀ ਜਿਹੜਾ ਪਾਣੀ, ਜਿੰਨਾ ਚਿਰ ਇਹ ਸਰੀਰ ਰੂਪੀ ਜੋ ਇਹ ਸਾਡੀ ਦੇਹ ਰੂਪੀ ਕੰਧ ਹੈ ਨਾ, ਰੇਤੇ ਦੀ ਬਣੀ ਹੋਈ, 5 ਤੱਤ ਸਮਝ ਲਓ ਇਹ ਰੇਤਾ ਹੈ। ਜਿਹੜੇ ਸਵਾਸ ਆ ਰਹੇ ਨੇ ਸਮਝ ਲਓ ਪਾਣੀ ਹੈ।
ਇਹ ਪੰਜਾਂ ਤੱਤਾਂ ਰੂਪੀ ਰੇਤੇ ਦਾ ਬਣਿਆ ਹੋਇਆ ਸਰੀਰ ਹੈ। ਜਿਵੇਂ ਜਿਵੇਂ ਇਹਦੇ ਵਿੱਚੋਂ ਸਵਾਸਾਂ ਰੂਪੀ ਪਾਣੀ ਸੁੱਕਦਾ ਜਾਂਦਾ, ਫਿਰ ਸਹਿਜੇ ਇੱਕ ਦਿਨ ਇਹ ਕੰਧ ਇਹ ਸਰੀਰ ਕਿਰ ਜਾਂਦਾ ਹੈ, ਢਹਿ ਜਾਂਦਾ ਹੈ। ਇਦਾਂ ਹੀ ਦੇਹ ਹੈਗੀ ਤਾਂ ਹੈ ਪਰ ਨਾਸਵੰਤ ਹੈ। ਸੰਸਾਰ ਦਿਖਦਾ ਤੇ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਗਤ ਦੀ ਬਨਾਵਟ ਜਿਹੜੀ ਹੈ ਨਾ, ਇਹ ਸਾਰੀ ਹੀ ਨਾਸਵੰਤ ਹੈ, ਜਗਤ ਸਦਾ ਨਹੀਂ ਰਹਿਣ ਵਾਲਾ। ਇੱਥੋਂ ਤੀਕਰ ਜਿਹੜੇ 49 ਸ਼ਲੋਕ ਨੇ ਨਾ, ਉਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਉਚਾਰੇ ਹਨ। ਇਹ ਪਹਿਲਾ ਪੱਖ ਹੈ। ਰਾਮ ਗਇਓ ਰਾਵਣ ਗਇਓ, ਤੇ 6 ਪੱਖ ਸਨ ਸ਼ਲੋਕਾਂ ਦੇ। ਦੂਜਾ ਪੱਖ ਇਹ, ਜਦੋਂ ਸਿੱਖਾਂ ਗਿਆ ਮਹਾਰਾਜ ਤੁਹਾਡੀ ਮਾਤਾ ਨਾਨਕੀ ਜੀ ਬਹੁਤ ਵਿਰਾਗ ਕਰਦੇ ਨੇ, ਬਹੁਤ ਹੀ ਉਦਾਸ ਹਨ, ਵੀ ਕੀ ਬਣੇਗਾ। ਤਾਂ ਉਹਨਾਂ ਨੂੰ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ 49 ਸ਼ਲੋਕ ਸੰਗਤ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਵੀ ਧੀਰਜ ਰੱਖੋ। ਤੇ ਫਿਰ 50ਵਾਂ ਤੇ 51ਵਾਂ ਸ਼ਲੋਕ ਆਪਣੀ ਮਾਤਾ ਨਾਨਕੀ ਜੀ ਨੂੰ ਮਹਾਰਾਜ ਉਪਦੇਸ਼ ਦਿੰਦੇ ਆ, ਕਹਿਣ ਲੱਗੇ ਮਾਤਾ ਜੀ ਕਾਹਦੇ ਵਾਸਤੇ ਚਿੰਤਾ ਕਰਦੇ ਹੋ? ਸਰੀਰ ਥੋੜਾ ਸਦਾ ਕਾਇਮ ਰਹਿੰਦੇ ਹੁੰਦੇ ਆ। ਜੇ ਅਸੀਂ ਆਨੰਦਪੁਰ ਸਾਹਿਬ ਹੁੰਦੇ ਨਾ ਤੇ ਚਾਲਾ ਇੱਥੇ ਵੀ ਅਸੀਂ ਮਾਰ ਜਾਣਾ ਸੀ। ਸਤਿਗੁਰੂ ਸਾਹਿਬ ਕਹਿੰਦੇ ਵੀ ਇਹ ਸਾਨੂੰ ਕੈਦ ਕਰਨ ਵਾਲੇ ਕੌਣ ਹੁੰਦੇ ਨੇ? ਇਹ ਤਾਂ ਇਹਨਾਂ ਦੇ ਸਿਰ ਤੇ ਠੀਕਰਾ ਭੰਨ ਕੇ, ਇਹਨਾਂ ਦੇ ਸਿਰ ਤੇ ਇਹ ਦੋਸ਼ ਮੜ ਕੇ ਇਹਨਾਂ ਦੇ ਰਾਜ ਭਾਗ ਦੀਆਂ ਦੁਸ਼ਟਾਂ ਦੇ ਜੜ੍ਹਾਂ ਨਾਸ਼ ਕਰਨੀਆਂ ਨੇ। ਇਸ ਭਾਵਨਾ 'ਚ ਗੁਰੂ ਤੇਗ ਬਹਾਦਰ ਸਾਹਿਬ ਨਾਮੇ ਸਤਿਗੁਰਾਂ ਨੇ ਦਿੱਲੀ ਤੋਂ ਲਿਖ ਕੇ ਮਾਤਾ ਜੀ ਨੂੰ ਭੇਜਿਆ ਵੀ ਵਿਰਾਗ ਨਾ ਕਰੋ ਵੀ ਅਸੀਂ ਦਿੱਲੀ ਚੜ੍ਹਾਈ ਕਰਨ ਲੱਗੇ ਹਾਂ। ਆਨੰਦਪੁਰ ਹੁੰਦੇ ਸਰੀਰ ਇੱਥੇ ਵੀ ਇਸੇ ਸਮੇਂ ਛੱਡਣਾ ਸੀ, ਉਸੇ ਦਿਨ ਹੀ ਅਸੀਂ ਸੱਚਖੰਡ ਨੂੰ ਜਾਣਾ ਸੀ, ਕਿਉਂਕਿ ਮਾਲਕ ਦੀ ਮਰਿਆਦਾ ਦੇ ਵਿੱਚ ਅਸੀਂ ਰਹਿਣਾ, ਪਰਮੇਸ਼ਰ ਦੇ ਹੁਕਮ ਵਿੱਚ ਰਹਿਣਾ ਹੈ। ਅਸੀਂ ਹੁਕਮ 'ਚ ਆਪ ਰਹਾਂਗੇ ਤਾਂ ਹੀ ਹੋਰਾਂ ਨੂੰ ਹੁਕਮ 'ਚ ਤੋਰਾਂਗੇ। ਇਦਾਂ ਦੇ ਉਪਦੇਸ਼ ਦਿੰਦੇ ਆ ਮਹਾਰਾਜ ਨੇ। ਨਾਲ ਇਹ ਸ਼ਲੋਕ ਲਿਖੇ, ਮਾਤਾ ਜੀ ਸਰੀਰ ਕਰਕੇ ਕੌਣ ਕਾਇਮ ਰਿਹਾ ਦੱਸੋ? ਰਾਮ ਗਇਓ ਰਾਵਣ ਗਇਓ। ਰਾਮ ਚੰਦਰ ਜੀ ਵੇਖੋ ਅਵਤਾਰੀ ਪੁਰਖ ਸਨ, ਆਪਣੇ ਬਾਪ ਦੇ ਕਹਿਣ ਤੇ ਇੱਕੇ ਵਾਰਾਂ ਕਹਿਣ ਤੇ ਬਨਵਾਸ ਚਲੇ ਗਏ। ਕੌਣ ਏਦਾਂ ਕਰਦਾ ਵੀ ਜਿਹਨੂੰ ਪਤਾ ਹੋਵੇ ਵੀ ਕੱਲ ਨੂੰ ਮੈਂ ਰਾਜ ਸਿੰਘਾਸਣ ਤੇ ਬੈਠਣਾ ਹੈ, ਯੁਵਰਾਜ ਹਾਂ, ਸਾਡੇ ਕੋਲ ਬੜੀਆਂ ਸੁੱਖ ਸਹੂਲਤਾਂ ਨੇ। ਉਹ ਇੱਕ ਵਜਨ ਮੰਨ ਕੇ ਜੰਗਲਾਂ ਵਿੱਚ ਚਲਿਆ ਜਾਵੇ ਬੜੀ ਔਖੀ ਹੈ। ਕਿਸੇ ਨੂੰ ਕਹੋ ਹਾਂ ਵੀ ਤੂੰ ਸਭ ਰਾਜ ਭਾਗ ਛੱਡ ਕੇ ਜਾ, ਵੀ ਜੰਗਲ ਚਲਾ ਜਾ। ਤੇ ਫਿਰ ਜਿਸ ਰਾਮ ਚੰਦਰ ਦਾ ਨਾਮ ਲੈ ਕੇ ਉਹਦੇ ਬਾਪ ਦਸ਼ਰਥ ਦੇ ਸਾਰੇ ਪਾਪ ਨਾਸ਼ ਹੋ ਗਏ ਸਨ। ਐਡਾ ਵੱਡਾ ਰਾਮ ਚੰਦਰ ਜਿਨ੍ਹਾਂ ਨੂੰ ਪੂਜਦੇ ਸਨ ਅਵਤਾਰੀ ਪੁਰਖ ਮੰਨ ਕੇ, ਪਰ ਸਰੀਰ ਤੇ ਮਾਤਾ ਜੀ ਵੇਖੋ ਰਾਮ ਗਇਓ, ਰਾਮ ਜੀ ਦਾ ਵੀ ਸਰੀਰ ਚਲਾ ਗਿਆ, ਸਰੀਰ ਤੇ ਉਹਨਾਂ ਦਾ ਵੀ ਬਿਨਸ ਗਿਆ। ਰਾਵਣ ਗਇਓ ਤੇ ਫਿਰ ਰਾਵਣ ਜਿਹਨੇ 10 ਸਿਰ ਦੇ ਕੇ ਬੰਦਗੀ ਕਰਕੇ ਬੜੇ ਵੱਡੇ ਵੱਡੇ ਵਰ ਪ੍ਰਾਪਤ ਕਰ ਲਏ, ਜਿਹਦੇ ਘਰ ਦੇ ਵਿੱਚ ਸਭ ਦੇਵਤੇ ਨੌਕਰ ਬਣ ਕੇ ਨੌਕਰੀ ਸੇਵਾ ਕਰਦੇ ਸਨ, ਜਿਹਦੇ ਬਾਰੇ ਪ੍ਰਸਿੱਧ ਸੀ ਕਿ ਰਾਵਣ ਨੇ ਕਾਲ ਮੌਤ ਨੂੰ ਆਪਣੇ ਪਾਵੇ ਨਾ ਬੰਨਿਆ, ਭਾਵ ਜਿਹਨੇ ਮੌਤ ਵੀ ਕਾਬੂ ਕੀਤੀ ਹੋਈ ਹੈ। ਸਾਹਿਬ ਜੀ ਕਹਿੰਦੇ ਮਾਤਾ ਜੀ ਵੇਖੋ ਰਾਵਣ ਵੀ ਸਰੀਰ ਛੱਡ ਕੇ ਚਲਾ ਗਿਆ ਸੰਸਾਰ ਵਿੱਚੋਂ। ਜਾ ਕੋ ਬਹੁ ਪਰਿਵਾਰ, ਜਿਸ ਰਾਮ ਚੰਦਰ ਜੀ ਦਾ ਵੀ ਟੱਬਰ ਕਬੀਲਾ ਵੱਡਾ ਸੀ, ਤੇ ਫਿਰ ਰਾਵਣ ਦਾ ਉਹਨਾਂ ਤੋਂ ਵੀ ਵੱਡਾ ਪਰਿਵਾਰ ਸੀ। ਰਾਮ ਚੰਦਰ ਵੀ ਰਾਜਿਆਂ ਦੇ ਪਰਿਵਾਰ ਚੋਂ, ਤੇ ਰਾਜਿਆਂ ਦੇ ਪਰਿਵਾਰ ਟੱਬਰ ਵੱਡੇ ਹੁੰਦੇ ਨੇ, ਕਈ ਰਾਣੀਆਂ, ਤੇ ਉਹਨਾਂ ਰਾਣੀਆਂ ਦੇ ਅੱਗੇ ਕਈ ਨਿਆਣੇ, ਗਾਹ ਦੀ ਗਾਹ ਨਿਆਣੇ, ਕਹਿੰਦੇ ਕਿੱਡਾ ਵੱਡਾ ਟੱਬਰ ਸੀ। ਫਿਰ ਰਾਵਣ ਦਾ ਪਰਿਵਾਰ, ਇਹਦੇ ਬਾਰੇ ਤਾਂ ਬਾਣੀ ਸਪਸ਼ਟ ਲਿਖਿਆ ਵੀ 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ, ਵੀ 1 ਲੱਖ ਪੁੱਤਰ ਸੀ, 1.25 ਲੱਖ ਅੱਗੇ ਉਹਦੇ ਜਿਹੜੇ ਨਾਤੀ ਸਨ, ਪੋਤਰੇ ਦੋਤਰੇ, ਉਹ ਵੀ ਸਾਰੇ ਮਾਰੇ ਗਏ, ਕੋਈ ਨਹੀਂ ਰਿਹਾ। ਸੋ ਸਰੀਰ ਕਰਕੇ ਤਾਂ ਉਹ ਵੀ ਮਾਤਾ ਜੀ ਚਲੇ ਗਏ। ਕਹੋ ਨਾਨਕ ਥਿਰ ਪਾਸ ਨਹੀਂ। ਇਹ ਮਾਤਾ ਸਾਹਿਬ ਜੀ, ਮਾਤਾ ਨਾਨਕੀ ਜੀ, ਸੰਸਾਰ ਵਿੱਚ ਕੁਝ ਵੀ ਥਿਰ ਰਹਿਣ ਵਾਲਾ ਨਹੀਂ, ਕੋਈ ਵੀ ਸਦਾ ਰਹਿਣ ਵਾਲੀ ਵਸਤੂ ਨਹੀਂ। ਸੁਪਨੇ ਜਿਉ ਸੰਸਾਰ, ਇਹ ਸੰਸਾਰ ਸੁਪਨੇ ਦੀ ਨਿਆਈ ਹੈ। ਜਿੰਨਾ ਚਿਰ ਸੁਪਨਾ ਲੈਨੇ ਆ ਸੱਚ ਪ੍ਰਤੀਤ ਹੁੰਦਾ, ਉਸ ਤੋਂ ਬਾਅਦ ਕੁਝ ਵੀ ਨਹੀਂ ਹੈ। ਜਾਂ ਰਾਮ ਗਇਓ ਰਾਵਣ ਗਇਓ, ਬਲਾਸ ਦਾ ਅਰਥ ਵੀ ਕਰਦੇ ਨੇ, ਪਰ ਕਰਨ ਦਾ ਅਰਥ ਤਾਂ ਇਹੀ ਹੈ ਜਿਹੜਾ ਹੋਇਆ। ਬਲਾਸ ਦਾ ਅਰਥ ਇਹ ਕਰਦੇ, ਕਹਿੰਦੇ ਜਦੋਂ ਪੁਲ ਤੋਂ ਲੰਘ ਕੇ ਰਾਮ ਚੰਦਰ ਜੀ ਚਲੇ ਗਏ ਤੇ ਰਾਵਣ ਕਹਿੰਦੇ ਸਮਝ ਲਓ ਗਿਆ, ਮਾਰਿਆ ਗਿਆ।
ਜਿਸ ਜਾ ਕੋ ਬਹੁ ਪਰਿਵਾਰ, ਜਿਸ ਰਾਵਣ ਦਾ ਵੱਡਾ ਪਰਿਵਾਰ ਸੀ। ਜਦ ਜਗਿਆਸੂ ਦਾ ਅਰਥ ਕਰਦੇ ਨੇ ਵੀ ਰਾਮ ਗਇਓ, ਜਿਸ ਸਿੱਖ ਦੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਚਲਾ ਗਿਆ, ਵਸ ਗਿਆ, ਰਾਵਣ ਗਇਓ। ਉਹਦੇ ਅੰਦਰੋਂ ਹੰਕਾਰ ਰੂਪੀ ਰਾਵਣ ਕਹਿੰਦੇ ਉਸੇ ਵੇਲੇ ਹੀ ਮਰ ਗਿਆ, ਚਲਾ ਗਿਆ। ਜਿਸ ਹੰਕਾਰ ਰੂਪੀ ਰਾਵਣ ਦਾ ਬਹੁਤਾ ਵੱਡਾ ਪਰਿਵਾਰ ਸੀ, ਅਸੁਰੀ ਸੰਪਦਾ ਰੂਪੀ, ਮੰਦੀਆਂ ਚਿਤਵਨੀਆਂ, ਮਾੜੇ ਭੋਗ ਭੋਗਣੇ, ਮਾੜੇ ਖਿਆਲ, ਸ਼ਬਦ ਸਪਰਸ਼, ਜਿਹਦਾ ਬਹੁਤ ਵੱਡਾ ਟੱਬਰ ਸੀ, ਪਰਮੇਸ਼ਰ ਦਾ ਨਾਮ ਜਿਨ੍ਹਾਂ ਦੇ ਦਿਲ ਵਿੱਚ ਚਲਾ ਗਿਆ ਹੈ, ਉਹਨਾਂ ਦੇ ਦਿਲ ਦੇ ਵਿੱਚੋਂ ਹੰਕਾਰ ਆਦਿਕ ਮਾੜੇ ਅਵਗੁਣ ਸਾਰੇ ਨਾਸ ਹੋ ਗਏ ਹਨ। ਚਿੰਤਾ ਨਾਨਕ ਥਿਰ ਕਛ ਨਹੀਂ। ਸਾਹਿਬ ਕਹਿੰਦੇ ਐਸਾ ਨਿਸ਼ਚਾ ਜਿਨ੍ਹਾਂ ਨੂੰ ਹੋ ਗਿਆ ਹੈ ਨਾ ਵੀ ਕੁਝ ਵੀ ਰਹਿਣ ਵਾਲਾ ਨਹੀਂ ਹੈ, ਸੁਪਨੇ ਜਿਉਂ ਸੰਸਾਰ, ਉਹ ਫਿਰ ਭਰੋਸਾ ਕਰ ਲੈਂਦੇ ਨੇ ਨਾਮ ਜਪਣ ਵਾਲੇ ਵੀ ਜਗਤ ਸੁਪਨੇ ਦੀ ਨਿਆਈ ਹੈ। ਚਿੰਤਾ ਤਾ ਕੀ ਕੀਜੀਐ। ਮਾਤਾ ਜੀ ਚਿੰਤਾ ਕਿਉਂ ਕਰਦੇ ਹੋ? ਸਿੱਖਾਂ ਕਿਹਾ ਸੀ ਵੀ ਬੜੀ ਚਿੰਤਾ ਕਰਦੇ ਨੇ ਮਾਤਾ ਨਾਨਕੀ ਜੀ। ਨਵੇਂ ਪਾਤਸ਼ਾਹ ਕਹਿੰਦੇ ਚਿੰਤਾ ਤਾ ਕੀ ਕੀਜੀਐ, ਹੈ ਮਾਤਾ ਜੀ ਉਸ ਪਦਾਰਥ ਦੀ ਚਿੰਤਾ ਕਰਨੀ ਚਾਹੀਦੀ ਹੈ, ਉਸ ਗੱਲ ਬਾਰੇ ਸੋਚ ਕੇ ਤੇ ਫਿਕਰਮੰਦ ਹੋਣਾ ਚਾਹੀਦਾ ਹੈ। ਜੋ ਅਨਹੋਣੀ ਹੋਏ, ਜਿਹੜੀ ਗੱਲ ਅਣਹੋਣ ਵਾਲੀ ਹੋਵੇ, ਪਹਿਲਾਂ ਕਦੀ ਸੰਸਾਰ ਵਿੱਚ ਨਾ ਹੋਈ ਹੋਵੇ ਨਾ, ਪਹਿਲਾਂ ਕਦੀ ਏਦਾਂ ਦਾ ਭਾਣਾ ਨਾ ਵਾਪਰਿਆ ਹੋਵੇ ਕਿਸੇ ਨਾਲ, ਫਿਰ ਤਾਂ ਚਿੰਤਾ ਕਰੀਏ ਵੀ ਕਿਸੇ ਨਾਲ ਤਾਂ ਹੋਈ ਨਹੀਂ, ਸਾਡੇ ਨਾਲ ਕਿਉਂ ਹੋਣ ਲੱਗੀ ਹੈ। ਭਾਵ ਸਰੀਰ ਕਰਕੇ ਪਹਿਲਾਂ ਵੀ ਕੋਈ ਸਿਰ ਨਹੀਂ ਰਿਹਾ, ਹੁਣ ਵੀ ਮਹਾਰਾਜ ਕਹਿੰਦੇ ਜੰਮਣ ਮਰਨ ਦਾ ਪ੍ਰਵਾਹ ਹੈ, ਤਾਂ ਨਦੀ ਦਾ ਪ੍ਰਵਾਹ ਹੈ, ਤਾਂ ਚੱਲਦਾ ਹੀ ਰਹਿਣਾ, ਫਿਕਰ ਨਹੀਂ ਕਰਨਾ ਚਾਹੀਦਾ। ਇਹ ਮਾਰਗ ਸੰਸਾਰ ਕੋ, ਇਹ ਮਾਰਗ ਸੰਸਾਰ ਕੋ, ਇਹ ਪਾਠ ਸ਼ੁੱਧ ਹੈ। ਅੱਜ ਕੱਲ ਦੇ ਸਰੂਪਾਂ 'ਚ ਆਉਂਦਾ ਇਹੋ ਮਾਰਗ, ਉਹ ਬਦਲੀ ਜਾਂਦੇ ਆਪਣੀਆਂ ਮਰਜ਼ੀਆਂ ਕਰਨ ਵਾਲੇ, ਪਰ ਪੁਰਾਤਨ ਸਰੂਪਾਂ 'ਚ ਪਾਠ ਏਦਾਂ ਹੀ ਹੈ। ਇਹ ਮਾਰਗ ਸੰਸਾਰ ਕੋ, ਮਹਾਰਾਜ ਕਹਿੰਦੇ ਵੀ ਇਹ ਜਿਹੜਾ ਸੰਸਾਰ ਹੈ ਨਾ ਜਗਤ, ਇਹ ਇੱਕ ਮਾਰਗ ਰਸਤਾ ਹੀ ਬਣਿਆ ਹੋਇਆ ਹੈ, ਆਉਣ ਜਾਣਾ, ਜੰਮਣਾ ਮਰਨਾ। ਨਾਨਕ ਥਿਰ ਨਹੀਂ ਕੋਏ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇੱਥੇ ਕੋਈ ਥਿਰ ਨਹੀਂ ਰਹਿ ਸਕਦਾ। ਰਸਤੇ ਦੇ ਕੋਈ ਘਰ ਥੋੜਾ ਬਣਾਉਂਦਾ, ਮੰਜ਼ਿਲ ਤੇ ਜਿਹਨੇ ਜਾਣਾ ਹੈ, ਕੋਈ ਆਪਣੀ ਮੰਜ਼ਿਲ ਤੋਂ ਵਾਪਸ ਆ ਰਿਹਾ, ਕੋਈ ਉਹਨੂੰ ਜਾ ਰਿਹਾ, ਭਾਵ ਕੋਈ ਜੰਮ ਰਿਹਾ, ਕੋਈ ਮਰ ਰਿਹਾ। ਇਹ ਸੰਸਾਰ ਰਾਹ ਦੇ ਵਿੱਚ ਇੱਕ ਰਾਹ ਹੈ, ਇੱਥੇ ਕੋਈ ਸਦਾ ਕਿਵੇਂ ਰਹਿ ਸਕਦਾ? ਨਹੀਂ ਰਹਿ ਸਕਦਾ। ਇਹ ਆਉਣ ਜਾਣ ਦਾ ਮਾਰਗ ਹੈ। ਇਹ 2 ਸ਼ਲੋਕ 50ਵਾਂ ਦੇ 51ਵਾਂ ਸ਼ਲੋਕ ਮਾਤਾ ਨਾਨਕੀ ਜੀ ਨੂੰ ਸੰਬੋਧਨ ਕਰਕੇ ਮਹਾਰਾਜ ਨੇ ਵਿਰਾਗ ਕਰਾਇਆ, ਹੁਣ ਸਾਨੂੰ ਹੀ ਉਪਦੇਸ਼ ਦੇ ਰਹੇ ਨੇ। ਜੋ ਉਪਜਿਓ ਸੋ ਬਿਨਸ ਹੈ। 52ਵਾਂ ਇੱਕ ਸ਼ਲੋਕ ਆਪਣੇ ਮਹਿਰ ਸ੍ਰੀ ਮਾਤਾ ਗੁਜਰੀ ਜੀ ਨੂੰ ਮਹਾਰਾਜ ਸਾਹਿਬ ਜੀ ਸਮਝਾਉਣ ਦੇ ਲਈ ਉਚਾਰਨ ਕਰਦੇ ਨੇ। ਤੀਸਰਾ ਪੱਖ ਹੈ ਮਹਾਰਾਜ ਦੇ ਸ਼ਲੋਕਾਂ ਦਾ। ਸਾਹਿਬ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ, ਧੀਰਜ ਦਿੰਦੇ ਨੇ ਐ ਗੁਜਰੀ ਜੀ, ਜੋ ਵੀ ਸੰਸਾਰ ਵਿੱਚ ਸਰੀਰ ਕਰਕੇ ਪੈਦਾ ਹੋਇਆ ਹੈ ਨਾ, ਜਿਹੜਾ ਵੀ ਸਰੀਰ ਸੰਸਾਰ ਵਿੱਚ ਆਇਆ ਜਾਂ ਜਿਹੜਾ ਸੰਸਾਰ ਪੈਦਾ ਹੋਇਆ ਹੈ, ਸੋ ਬਿਨਸ ਹੈ, ਇੱਕ ਦਿਨ ਉਹਨੇ ਨਾਸ ਜ਼ਰੂਰ ਹੋ ਜਾਣਾ ਹੈ। ਪਰੁ ਆਜ ਕੀ ਕਾਲ। ਬਸ ਫਰਕ ਕਿੰਨਾ ਕੁ ਪੈਂਦਾ ਹੈ, ਕਹਿੰਦੇ ਅੱਜ ਕੇ ਦਾ ਭਾਵ ਹੈ ਜਾਂ, ਇੱਥੇ ਵੀ ਕੈ ਦਲਾਵਾਂ ਦੇ ਨਾਲ ਪਾਠ ਲਿਖਦੇ ਨੇ, ਪਰ ਇਹ ਕੇ ਲਾਮ ਦੇ ਨਾਲ ਹੀ ਸ਼ੁੱਧ ਹੈ। ਆਜ ਕਹਿੰਦੇ ਅੱਜ, ਕੇ ਜਾਂ ਕਾਲ, ਕੱਲ ਨੂੰ, ਜਾਂ ਪਰੋ ਜਾਂ ਪਰਸੋਂ ਨੂੰ। ਕਹਿੰਦੇ ਵੀ ਇਹ ਸੰਸਾਰ ਦੇ ਵਿੱਚ ਜਿਹੜਾ ਆਇਆ, ਉਹਨੇ ਸੰਸਾਰ ਦੇ ਵਿੱਚੋਂ ਚਲਿਆ ਜਾਣਾ ਹੈ। ਕੋਈ ਅੱਜ ਚੱਲ ਜੂਗਾ, ਕੋਈ ਵੱਧ ਤੋਂ ਵੱਧ ਕੱਲ ਚੱਲ ਜੂਗਾ, ਕੋਈ ਪਰਸੋਂ ਚਲੇ ਜੂਗਾ, ਜਾਣਾ ਜ਼ਰੂਰ ਹੈ। ਜਾਂ ਪਰੋ ਦਾ ਅਰਥ ਹੈ ਵੀ ਪੈ ਜਾਣਾ ਹੈ ਉਸਨੇ। ਪਰ ਉਹ ਆਜ ਕੇ ਕਾਲ, ਅੱਜ ਜਾਂ ਕੱਲ ਜ਼ਰੂਰ ਹੀ ਧਰਤੀ ਤੇ ਪੈ ਜਾਏਗਾ, ਨਾਸ ਹੋ ਜਾਏਗਾ, ਸਰੀਰ ਸਦਾ ਕਾਇਮ ਨਹੀਂ ਰਹਿਣੇ। ਨਾਨਕ ਹਰ ਗੁਣ ਗਾਈ ਲੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਸ ਕਰਕੇ ਹੇ ਗੁਜਰੀ ਜੀ ਚਿੰਤਾ ਨਾ ਕਰੋ, ਚਿੰਤਾ ਛੱਡ ਕੇ ਹਰੀ ਦੇ ਗੁਣ ਗਾ ਲਵੋ। ਛੱਡ ਸਗਲ ਜੰਜਾਲ। ਉਹ ਮਾਇਆ ਮਮਤਾ ਦੇ ਜੰਜਾਲ ਨੇ, ਉਹਨਾਂ ਨੂੰ ਵੀ ਪਰੇ ਰੱਖ ਦਵੋ। ਇਹਨਾਂ ਮੋਹ ਮਾਇਆ ਜੰਜਾਲਾਂ ਨੂੰ ਪਰੇ ਰੱਖ ਕੇ ਵਾਹਿਗੁਰੂ ਦੇ ਗੁਣ ਗਾ ਲਓ। ਸਦਾ ਸਰੀਰ ਵਿੱਚ ਕਿਸੇ ਨੇ ਕਾਇਮ ਨਹੀਂ ਰਹਿਣਾ। ਇਹ ਚੌਥਾ ਪੱਖ ਮਹਾਰਾਜ ਨੇ ਉਚਾਰਿਆ। ਜਦੋਂ ਇਹ ਸ਼ਲੋਕ ਲਿਖ ਕੇ ਦੇ ਦਿੱਤੇ, 2 ਆਪਣੀ ਮਾਤਾ ਜੀ ਨੂੰ, ਇੱਕ ਗੁਜਰੀ ਜੀ ਵਾਸਤੇ ਮਾਤਾ ਜੀ ਲਈ, ਤੇ 49 ਸਿੱਖਾਂ ਨੂੰ। ਤੇ ਇੱਕ ਸਿੱਖ ਜਿਹੜੇ ਗਏ ਸਨ ਉਹਨਾਂ ਨੂੰ ਕਹਿੰਦੇ ਵੀ ਇਹ ਲੈ ਕੇ ਨਾ ਛੇਤੀ ਦੇ ਨਾਲ ਜਾਣਾ। ਤੇ ਉਹਨਾਂ ਦੇ ਨਾਲ ਇੱਕ ਵੱਖਰਾ ਸ਼ਲੋਕ ਲਿਖਿਆ ਵੀ ਇਹ ਸਾਡੇ ਸਾਹਿਬਜ਼ਾਦੇ
ਇਹ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੋਂ ਉਹਨਾਂ ਨੂੰ ਕਹਿਣਾ ਵੀ ਆਹ ਜਿਹੜਾ ਇਹ ਤੁਹਾਡੇ ਲਈ ਸਵਾਲ ਹੈ ਤੇ ਇਹਦਾ ਉੱਤਰ ਤੁਰੰਤ ਦਿਓ। ਤੇ ਤੁਰੰਤ ਹੀ ਉੱਤਰ ਲੈ ਕੇ ਵਾਪਸ ਮਹਾਰਾਜ ਕਹਿੰਦੇ ਆਨੰਦਪੁਰੋਂ ਦਿੱਲੀ ਆਉਣਾ ਹੈ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਿਆਈ ਦੇਣ ਤੋਂ ਪਹਿਲਾਂ ਮਹਾਰਾਜ ਨੇ ਪਰਖ ਕਰਦਿਆਂ ਹੋਇਆ 53ਵਾਂ ਜਿਹੜਾ ਇਹ ਸ਼ਬਦ ਦੋਹਰੇ ਦੇ ਰੂਪ ਵਿੱਚ ਸ਼ਲੋਕ ਉਚਾਰਿਆ। ਬਾਲ ਛੁਟ ਗਿਓ ਬੰਧਨ ਪਰੇ। ਸਤਿਗੁਰੂ ਸਾਹਿਬ ਜੀ ਨੇ 10ਵੇਂ ਪਾਤਸ਼ਾਹ ਦੀ ਪਰਖ ਕਰਨ ਦੇ ਲਈ ਸੰਬੋਧਨ ਕਰਦਿਆਂ ਲਿਖਿਆ ਬਾਲ ਛੁਟ ਗਿਓ ਬੰਧਨ ਪਰੇ, ਵੀ ਹੁਣ ਜਿਹੜਾ ਸਾਡਾ ਸਰੀਰ ਹੈ ਨਾ ਇਹਦਾ ਬਲ ਛੁੱਟ ਗਿਆ ਹੈ। ਸਰੀਰ ਵਿੱਚ ਹੁਣ ਬਲ ਨਹੀਂ ਰਹਿ ਗਿਆ। ਬੰਧਨ ਪਰੇ, ਬੰਧਨ ਪੈ ਗਏ ਨੇ, ਭਾਵ ਅਸੀਂ ਕੈਦਖਾਨੇ 'ਚ ਪੈ ਗਏ ਆ। ਇਹ ਪਰਖ ਕਰਨ ਦੇ ਲਈ ਐਸੇ ਬਚਨ ਲਿਖੇ ਨੇ ਕਿ ਮਹਾਰਾਜ ਨੂੰ ਕੌਣ ਕੈਦ ਕਰ ਸਕਦਾ। ਕਛੂ ਨਾ ਹੋਤ ਉਪਾਏ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੇ ਪੁੱਤਰ ਜੀ, ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਹੁਣ ਹੋਰ ਕੋਈ ਵੀ ਉਪਾਅ ਹੀਲਾ ਵਸੀਲਾ ਯਤਨ ਸਾਡੇ ਕੋ ਨਹੀਂ ਹੋ ਰਿਹਾ। ਕਹੋ ਨਾਨਕ ਅਬ ਊਟ ਹਰ। ਹਰ ਹਰੀ ਪਰਮੇਸ਼ਰ ਹੁਣ ਤੁਹਾਡੀ ਹੀ ਓਟ ਹੈ, ਸਾਨੂੰ ਹੁਣ ਤੁਹਾਡਾ ਹੀ ਆਸਰਾ ਹੈ। ਗਜ ਜਿਉ ਹੋ ਸਹਾਇ। ਜਿਹੜੇ ਗੱਜ ਦੇ ਹਾਥੀ ਨੂੰ ਤੰਦਵੇਂ ਨੇ ਬੰਧਨ ਪਾਏ ਸਨ ਹਰੀਹਰ ਖੇਤਰ ਦੇ ਵਿੱਚ, ਤੇ ਆਪ ਨੇ ਪ੍ਰਗਟ ਹੋ ਕੇ ਉਹਦੀ ਸਹਾਇਤਾ ਕੀਤੀ ਸੀ ਨਾ। ਇਸੇ ਤਰ੍ਹਾਂ ਮੇਰੇ ਵੀ ਆ ਕੇ ਸਹਾਈ ਹੋਣਾ ਕਰੋ, ਹਾਥੀ ਦੇ ਵਾਂਗ ਸਾਡੀ ਵੀ ਮਦਦ ਕਰੋ। ਜਾਂ ਇਹ ਵੀ ਪਰਖ ਕੀਤੀ ਸੀ ਮਹਾਰਾਜ ਨੇ ਵੀ ਬਲ ਛੁੱਟ ਗਿਓ ਬੰਧਨ ਪਰੇ, ਵੀ ਇਹ ਹਿੰਦੁਸਤਾਨ ਦਾ ਜਿਹੜਾ ਬਲ ਹੈ ਨਾ ਛੁੱਟ ਗਿਆ। ਇਹਨਾਂ ਲੋਕਾਂ ਨੂੰ ਔਰੰਗਜ਼ੇਬ ਨੇ ਬੰਧਨ ਪਾ ਕੇ ਗੁਲਾਮ ਕੀਤਾ ਹੋਇਆ, ਤੇ ਹੁਣ ਇਹਨਾਂ ਦੇ ਕੋਲੋਂ ਕੁਝ ਵੀ ਆਪਣੇ ਆਪ ਛੁੱਟਣ ਦਾ ਜਿਹੜਾ ਹੈ ਨਾ ਯਤਨ ਨਹੀਂ ਹੋ ਸਕਦਾ। ਤੇ ਇਹ ਹਰੀ ਦਾ ਰੂਪ ਗੋਬਿੰਦ ਰਾਏ ਜੀ, ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਆਪ ਹੀ ਜਿਵੇਂ ਹਾਥੀ ਦੇ ਹਰੀਹਰ ਖੇਤਰ ਦੇ ਵਿੱਚ ਗੱਜ ਜਿਉ ਹੋ ਸਹਾਏ, ਜਿਵੇਂ ਉਹਦੇ ਸਹਾਈ ਹੋਏ ਸੀ ਨਾ, ਹੁਣ ਇਹ ਸਾਡੇ ਤੋਂ ਬਾਅਦ ਇਹਨਾਂ ਹਿੰਦ ਵਾਸੀਆਂ ਦੇ ਤੁਸੀਂ ਮਦਦਗਾਰ ਬਣਨਾ। ਬਾਲ ਬੰਧਨ ਛੁਟੇ। ਇਹ ਜਦੋਂ ਸ਼ਲੋਕ ਲਿਖੇ ਤੇ ਲੈ ਕਰਕੇ ਨਾ ਸਾਧ ਸੰਗਤ ਆਨੰਦਪੁਰ ਸਿੱਖ ਆਇਆ ਬੜੀ ਤੇਜ਼ੀ ਨਾਲ। ਸੰਗਤ ਦੇ ਵਿੱਚ ਮਹਾਰਾਜ ਬੈਠੇ ਸਤਿਗੁਰਾਂ ਨੂੰ ਜਦੋਂ ਚਿੱਠੀ ਫੜਾਈ, ਸਾਹਿਬ ਜਾਣਗੇ ਵੀ ਉੱਤਰ ਆਇਆ ਹੈ। ਮਹਾਰਾਜ ਨੇ ਉਪਦੇਸ਼ ਦਿੱਤਾ, ਮਤਾਵਾਂ ਕੋ ਚਲੇ ਗਏ। ਸਾਰੇ ਸ਼ਲੋਕ ਆਰੰਭ ਤੋਂ ਜਿਹੜੇ ਪੜ੍ਹੇ 49 ਸ਼ਲੋਕ ਸੰਗਤ ਨੂੰ ਵਿਰਾਗ ਦਿੱਤਾ। ਮਾਤਾ ਨਾਨਕੀ ਜੀ ਨੂੰ 50ਵਾਂ 51ਵਾਂ ਅਤੇ 52ਵੇਂ ਦੇ ਵਿੱਚ ਮਾਤਾ ਗੁਜਰੀ ਜੀ ਨੂੰ ਉਪਦੇਸ਼। ਫਿਰ 53ਵਾਂ ਸ਼ਲੋਕ ਮਹਾਰਾਜ ਨੇ ਜਦੋਂ ਪੜ੍ਹਿਆ ਤੇ ਸਿੱਖ ਕਹਿਣ ਲੱਗਾ, ਮਹਾਰਾਜ ਇਹ ਸ਼ਲੋਕ ਤੁਹਾਡੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਲਿਖ ਕੇ ਭੇਜਿਆ। ਉਹ ਕਹਿੰਦੇ ਸੀ ਵੀ ਇਹਦਾ ਉੱਤਰ ਸਾਨੂੰ ਛੇਤੀ ਚਾਹੀਦਾ। 10ਵੇਂ ਪਾਤਸ਼ਾਹ ਨੇ ਵਿਚਾਰਿਆ ਵੀ ਇਹ ਜੋ ਗੁਰੂ ਤੇਗ ਬਹਾਦਰ ਸਾਹਿਬ ਆਪ ਤਾਂ ਪਰਮੇਸ਼ਰ ਦਾ ਰੂਪ ਨੇ, ਉਹਨਾਂ ਦਾ ਬਲ ਕੀ ਛੁੱਟਣਾ ਸੀ, ਉਹਨਾਂ ਨੂੰ ਕਿਸੇ ਨੇ ਬੰਧਨ ਕੀ ਪਾਉਣੇ ਸਨ, ਉਹਨਾਂ ਨੂੰ ਕੀ ਲੋੜ ਸੀ ਸਾਡੇ ਅੱਗੇ ਫਰਿਆਦ ਕਰਨ ਦੀ। ਇਹ ਤਾਂ ਮਹਾਰਾਜ ਸਾਡੀ ਪਰਖ ਕਰ ਰਹੇ ਨੇ। ਉਸ ਵੇਲੇ ਫਿਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਪਾਵਨ ਬਚਨ ਉਚਾਰਿਆ। ਬਲ ਹੁਆ ਬੰਧਨ ਛੁਟੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ਲੋਕ ਹੈ। ਪੁਰਾਤਨ ਸਾਰੇ ਸਰੂਪਾਂ ਦੇ ਵਿੱਚ ਤਕਰੀਬਨ ਮਹੱਲਾ 10ਵਾਂ ਜਾਂ ਪਾਤਸ਼ਾਹੀ 10ਵੀਂ ਲਿਖਿਆ ਹੁੰਦਾ ਸੀ। ਡਾਕਟਰ ਤਰਲੋਚਨ ਸਿੰਘ ਹੋਏ ਨੇ, ਉਹਨਾਂ ਦਾ ਪੁੱਤਰ ਹੁਣ ਵੀ ਅਨੁਰਾਗ ਸਿੰਘ ਹੈ, ਬੜੀ ਖੋਜ ਕਰਦੇ ਨੇ। 300 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਉਹਨਾਂ ਨੇ ਦਰਸ਼ਨ ਕੀਤੇ ਸਨ। ਜ਼ਿਆਦਾ ਸਰੂਪਾਂ ਦੇ ਵਿੱਚ ਮਹੱਲਾ 10ਵਾਂ ਲਿਖਿਆ ਹੁੰਦਾ ਸੀ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਬਦਾਰਥ ਦੀਆਂ ਪੋਥੀਆਂ ਜਿਹੜੀਆਂ ਨੇ, ਉਹਨਾਂ ਦੇ ਵਿੱਚ ਵੀ ਇਹ 10ਵੇਂ ਪਾਤਸ਼ਾਹ ਦਾ ਹੀ ਸ਼ਲੋਕ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਵੀ ਇਹ ਗੁਰੂ ਕਲਗੀਧਰ ਮਹਾਰਾਜ ਨੇ ਉੱਤਰ ਵਜੋਂ ਭੇਜਿਆ ਹੈ। ਕਿਉਂਕਿ ਪਹਿਲੇ ਇੱਕ ਸਵਾਲ ਹੈ 53ਵੇਂ ਦੇ ਵਿੱਚ, 54ਵੇਂ ਦੇ ਵਿੱਚ ਮਹਾਰਾਜ ਜੀ ਉੱਤਰ ਲਿਖਦੇ ਹਨ। ਕਹਿੰਦੇ ਹੇ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ, ਬਲ ਹੋਆ ਬੰਧਨ ਛੁਟੇ। ਕਹਿੰਦੇ ਪਾਤਸ਼ਾਹ ਆਪ ਜੀ ਦੇ ਅੰਦਰ ਕੁਰਬਾਨੀ ਦੇਣ ਦਾ ਜਿਹੜਾ ਜ਼ੋਰ ਹੈ ਨਾ, ਬਲ, ਉਹ ਆ ਕੇ ਬੜਾ ਪ੍ਰਾਪਤ ਹੋਇਆ ਹੈ।
ਜਾਂ ਮਹਾਰਾਜ ਸਭ ਤਰ੍ਹਾਂ ਕਰਕੇ ਸਾਰੇ ਤਰ੍ਹਾਂ ਦਾ ਬਲ ਆਪ ਜੀ ਦੇ ਵਿੱਚ ਹੋਇਆ ਹੈ, ਤੁਹਾਨੂੰ ਕਾਹਦੇ ਬੰਧਨ ਪੈਣੇ ਨੇ? ਤੁਹਾਡੇ ਤਾਂ ਸਾਰੇ ਬੰਧਨ ਛੁੱਟੇ ਹੋਏ ਨੇ, ਸਗੋਂ ਸਿੱਖਾਂ ਦੇ ਬੰਧਨ ਤੋੜਦੇ ਹੋ। ਸਭ ਕਿਛ ਹੋਤ ਉਪਾਏ। ਪਾਤਸ਼ਾਹ ਸਭ ਕੁਝ ਉਪਾਅ ਹੀਲੇ ਵਸੀਲੇ ਤੁਹਾਡੇ ਕੋਲ ਹੋ ਸਕਦੇ ਨੇ, ਸਭ ਯਤਨ ਤੁਸੀਂ ਕਰ ਸਕਦੇ ਹੋ। ਤੁਹਾਨੂੰ ਕੌਣ ਲੋਹ ਪਿੰਜਰੇ ਵਿੱਚ ਪਾ ਸਕਦਾ? ਇਹ ਤਾਂ ਤੁਹਾਡੀ ਇੱਕ ਆਪਣੀ ਖੇਡ ਹੈ। ਇਸੇ ਹੀ ਸ਼ਲੋਕ ਦੇ ਅਰਥ ਹੋਰ ਖੁੱਲਦੇ ਨੇ ਜਦੋਂ ਗੁਰੂ ਕਲਗੀਧਰ ਦਾ ਇੱਕ ਭਜਨ ਪੜ੍ਹੀਏ 10ਵੇਂ ਗ੍ਰੰਥ ਚੋਂ। ਠੀਕ ਕਰ ਫੋਰ ਦਲੀਸ ਸਿਰ ਪ੍ਰਭ ਪੁਰ ਕੀਆ ਪਿਆਨ, ਤੇ ਬਹਾਦਰ ਸੀ ਕਰਿਆ ਕਰੀ ਨਾ ਕਿਨਹੋ ਆਨ। ਠੀਕਰ ਫੋਰ ਤੋਂ ਭਾਵ ਹੈ ਮਹਾਰਾਜ ਨੇ ਆਪਣੇ ਸਰੀਰ ਦਾ ਜਿਹੜਾ ਸਰੀਰ ਰੂਪੀ ਠੀਕਰ ਹੈ ਨਾ, ਉਹ ਰੰਗੇ ਦੇ ਸਿਰ ਦੇ ਉੱਤੇ ਭੰਨ ਦਿੱਤਾ। ਸੱਚਖੰਡ ਤਾਂ ਜਾਣਾ ਹੀ ਸੀ, ਪਰ ਉਹਦਾ ਦੋਸ਼ ਔਰੰਗਜ਼ੇਬ ਨੂੰ ਦੇ ਕੇ ਉਹਦੇ ਪਾਪ ਦੀਆਂ ਜਿਹੜੀਆਂ ਜੜ੍ਹਾਂ ਸਨ, ਪਾਪ ਰਾਜ ਦੀਆਂ, ਜ਼ੁਲਮੀ ਰਾਜ ਦੀਆਂ, ਉਹ ਮਹਾਰਾਜ ਨੇ ਪੁੱਟ ਦਿੱਤੀਆਂ। ਸੋ ਇਸ ਕਰਕੇ ਇੱਥੇ ਵੀ ਗੁਰੂ ਗੋਬਿੰਦ ਸਿੰਘ ਕਹਿੰਦੇ, ਹੇ ਗੁਰੂ ਤੇਗ ਬਹਾਦਰ ਸਾਹਿਬ ਜੀ, ਤੁਹਾਨੂੰ ਕੌਣ ਕੈਦ ਕਰ ਸਕਦਾ? ਤੁਹਾਡੀ ਖੇਡ ਆ, ਤੁਹਾਡੇ ਕੋਲ ਸਭ ਹੀਲੇ ਵਸੀਲੇ ਹੋ ਸਕਦੇ ਨੇ। ਨਾਨਕ ਸਭ ਕਿਛ ਤੁਮਰਾ ਹਾਥ ਮੈਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿੰਦੇ ਹਨ, 10ਵੇਂ ਪਾਤਸ਼ਾਹ, ਨਾਨਕ ਸਭ ਕੁਝ ਤੁਮਰੇ ਹਾਥ ਮੈਂ। ਹੈ ਗੁਰੂ ਨਾਨਕ ਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ, ਸਾਰਾ ਕੁਝ ਹੀ ਤੁਹਾਡੇ ਹੱਥ ਵੱਸ ਹੈ, ਸਭ ਕੁਝ ਤੁਸੀਂ ਕਰ ਸਕਦੇ ਹੋ। ਸਭ ਦੁਨੀਆ ਦੀ ਡੋਰ, ਸਵਾਸਾਂ ਦੀ ਡੋਰ ਤੁਹਾਡੇ ਹੱਥ ਹੈ। ਤੁਮਹੀ ਹੋਤ ਸਹਾਇ। ਮਹਾਰਾਜ ਅਸੀਂ ਤੁਹਾਡੀ ਕੀ ਸਹਾਇਤਾ ਕਰਨੀ ਹੈ, ਸਗੋਂ ਤੁਸੀਂ ਹੀ ਸਾਡੇ ਸਹਾਈ ਹੋਵੋ। ਸਾਰੇ ਜਗਤ ਦੇ ਮਹਾਰਾਜ ਤੁਸੀਂ ਸਹਾਈ ਹੋਏ ਹੋ, ਤੁਸੀਂ ਸਾਰਿਆਂ ਦੇ ਮਹਾਰਾਜ ਮਦਦਗਾਰ ਹੁੰਦੇ ਹੋ, ਇਹਨਾਂ ਹਿੰਦੁਸਤਾਨੀਆਂ ਦੇ ਵੀ ਮਦਦਗਾਰ ਹੋਏ ਹੋ। ਤਾਈਓ ਮਹਾਰਾਜ ਨੇ ਕਿਹਾ ਨਾ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ। ਸਾਧਨ ਹੈ ਕੀਤੀ ਜਿਨ ਕਰੀ, ਸੀਸ ਦੀਆ ਪਰ ਸੇ ਨਾ ਉਤਰੀ। ਧਰਮ ਹੇਤ ਸਾਕਾ ਪ੍ਰਭ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਧਰਮ ਦੇ ਵਾਸਤੇ, ਸਨਾਤਨੀਆਂ ਦਾ ਧਰਮ ਬਚਾਉਣ ਵਾਸਤੇ ਮਹਾਰਾਜ ਸਾਹਿਬ ਜੀ ਨੇ ਇਹ ਸਾਕਾ ਭਾਣਾ ਵਰਤਾਇਆ। ਕਹਿੰਦੇ ਹੱਦ ਕਰ ਦਿੱਤੀ ਹੈ। ਇਹ ਕਰਕੇ ਪਾਤਸ਼ਾਹ ਜੀ ਕਹਿੰਦੇ, ਹੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਤੁਮ ਹੀ ਹੋਤ ਸਹਾਏ, ਤੁਸੀਂ ਹੀ ਸਹਾਈ ਹੋਏ ਹੋ, ਹੋਰ ਇਹਨਾਂ ਦਾ ਕੋਈ ਦੇਵੀ ਦੇਵਤਾ ਮਦਦਗਾਰ ਨਹੀਂ ਹੋਇਆ। ਦੇਵੀ ਦੇਵਤੇ ਵੀ ਬਾਹਾਂ ਖੜੀਆਂ ਕਰ ਗਏ, ਨਾ ਕੋਈ ਕਲਕੱਤੇ ਵਾਲੀ ਬੌੜੀ ਜਿਹਨੂੰ ਬਲੀਆਂ ਦਿੰਦੇ ਸਨ, ਨਾ ਕਹਿੰਦੇ ਵੀ ਮਹਾਰਾਜ ਕੋਈ ਇਹਨਾਂ ਦਾ ਹੋਰ ਆਣ ਕਰਕੇ ਪਹੁੰਚਿਆ। ਕਹਿੰਦੇ ਵੀ ਲਾਗੇ ਹੀ ਇੱਕ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਅਸਥਾਨ ਹੈ ਨਾ, ਉਹਦੇ ਲਾਗੇ ਬੜਾ ਤਗੜਾ ਇੱਕ ਸਾਧ ਸੰਗਤ ਸ਼ਨੀ ਮੰਦਿਰ ਆ, ਬਹੁਤ ਵੱਡਾ, ਬੜੇ ਲੋਕ ਜਾਂਦੇ। ਨਾ ਹੀ ਉਹ ਕੋਈ ਸ਼ਨੀ ਦੇਵਤਾ ਉੱਥੇ ਬੋੜਿਆ ਆ ਕਰਕੇ, ਨਾ ਕੋਈ ਕਾਲੀ ਕਲਕੱਤੇ ਵਾਲੀ ਆ ਕੇ ਬੋੜੀ, ਨਾ ਕੋਈ ਹੋਰ ਕਹਿੰਦੇ ਸ਼ਿਵ ਜੀ ਬੋੜਿਆ, ਕੋਈ ਦੇਵੀ ਦੇਵਤਿਆ ਨਹੀਂ ਆਇਆ। ਮਹਾਰਾਜ ਹੁਣ ਤੁਸੀਂ ਹੀ ਇਹਨਾਂ ਦੇ ਸਹਾਈ ਹੋਏ ਹੋ, ਤੁਸੀਂ ਹਿੰਦੁਸਤਾਨੀਆਂ ਦੇ ਬੰਧਨ ਕੱਟੇ ਹਨ। ਇਹ 10ਵੇਂ ਪਾਤਸ਼ਾਹ ਨੇ ਲਿਖ ਕਰਕੇ ਤੇ ਸਿੱਖ ਨੂੰ ਭੇਜਿਆ, ਹੋਰ ਸਿੱਖ ਨੂੰ ਵੀ ਛੇਤੀ ਪਹੁੰਚ ਦਿੱਲੀ ਦੇ ਵਿੱਚ। ਕਲਗੀਧਰ ਮਹਾਰਾਜ ਦਾ ਲਿਖਿਆ ਜਿਹੜਾ ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਗਿਆ ਤੇ ਮਹਾਰਾਜ ਨੇ ਜਦੋਂ ਪੜ੍ਹਿਆ ਤੇ ਸੁਣ ਕੇ ਬੜੇ ਖੁਸ਼ ਹੋਏ ਵੀ ਸਾਹਿਬਜ਼ਾਦੇ ਜਿਹੜੇ ਹਨ ਇਹ ਯੋਗ ਹੋ ਗਏ ਨੇ ਹੁਣ ਸਾਰੇ ਕਾਰਜ ਕਰਨ ਦੇ। ਵੀ ਵੇਖੋ ਵੀ ਇਹਨਾਂ ਮਨ ਵਿੱਚ ਡੋਲੇ ਨਹੀਂ ਹਨ, ਦ੍ਰਿੜਤਾ ਰੱਖੀ ਸਾਡੇ ਉੱਤੇ ਵੀ ਅਸੀਂ ਗੁਰੂ ਨਾਨਕ ਸਾਹਿਬ ਦੀ ਜੋਤ ਹਾਂ। ਉਸੇ ਵੇਲੇ 5 ਪੈਸੇ ਲਲੇਰ ਦੇ ਕਰਕੇ ਮਹਾਰਾਜ ਸਾਹਿਬ ਜੀ ਨੇ ਜਿਹੜਾ ਉਹ ਜੇਲਦਾਰ ਜੇਲਰ ਸੀ ਉਹਦੀ ਸਹਾਇਤਾ ਨਾਲ ਸਮਾਨ ਮੰਗਾ ਕੇ ਉੱਥੋਂ ਹੀ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਨੂੰ ਮੁਖ ਕਰਕੇ ਨਮਸਕਾਰ ਕਰਤੀ। ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੁਕਮ ਕੀਤਾ ਸਿੱਖ ਨੂੰ ਵੀ ਛੇਤੀ ਚਲਾ ਜਾ, ਸਾਡੇ ਤੋਂ ਬਾਅਦ 10ਵੇਂ ਥਾਂ ਤੇ ਹੁਣ ਗੁਰੂ ਗੋਬਿੰਦ ਸਿੰਘ ਗੁਰਿਆਈ ਦੇ ਮਾਲਕ ਹਨ ਤੇ ਉਹਨਾਂ ਨੂੰ ਜਾ ਕਰਕੇ ਕਹਿਣਾ ਵੀ ਹੁਣ ਸਿੱਖਾਂ ਦੀ, ਹੁਣ ਸੰਗਤਾਂ ਦੀ ਬਾਗਡੋਰ ਤੁਸੀਂ ਆਪ ਸੰਭਾਲੋ। ਇਹ ਤਾਂ ਕਹਿੰਦੇ ਹੋਇਆ ਮਹਾਰਾਜ ਜੀ ਨੇ ਸਾਧ ਸੰਗਤ ਜਿਹੜੇ ਕੋਈ ਸਿੱਖ ਉਸ ਵੇਲੇ ਕੈਦ ਵਿੱਚ ਵੀ ਸਨ, ਉਹਨਾਂ ਦੀ ਕੈਦ ਵੀ ਛੁਡਾ ਦਿੱਤੀ। ਸੰਤ ਗਿਆਨੀ ਗੁਰਬਚਨ ਸਿੰਘ ਕਥਾ ਕਰਦਿਆਂ ਦੱਸਿਆ ਵੀ 1400 ਸਿੱਖ ਦਿੱਲੀ ਦੇ ਵੀ ਕੈਦ ਕਰਦੇ ਸੀ ਔਰੰਗਜ਼ੇਬ ਨੇ, ਮੁਲਾਕਾਤ ਕਰਨੇ ਆਏ। ਸਾਰਿਆਂ ਦੇ ਬੰਧਨ ਗੁਰੂ ਤੇਗ ਬਹਾਦਰ ਸਾਹਿਬ ਨੇ ਤੋੜ ਕੇ ਉਜਾੜ ਕਰ ਦਿੱਤਾ ਸੀ ਤੇ ਸਿੱਖ ਨੂੰ ਗੁਰਿਆਈ ਦੇ ਕਰਕੇ ਨਿਸ਼ਾਨੀਆਂ ਦੇ ਕੇ ਆਨੰਦਪੁਰ ਸਾਹਿਬ ਭੇਜਿਆ।
ਜਦੋਂ ਆਨੰਦਪੁਰ ਸਾਹਿਬ ਭੇਜਿਆ ਫਿਰ 3 ਸ਼ਲੋਕ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਣ ਵਜੋਂ ਸਰੋਪੇ ਦੇ ਰੂਪ ਦੇ ਵਿੱਚ ਭੇਜੇ। ਜਿਵੇਂ ਸਰੋਪਾ ਦਈਦਾ ਇਵੇਂ 3 ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਨੋ ਸਰੋਪਾ ਹੀ ਦਿੱਤਾ ਗੁਰਗੱਦੀ ਦਾ 10ਵੇਂ ਪਾਤਸ਼ਾਹ ਨੂੰ। ਉਹ ਸ਼ਲੋਕ ਲਿਖ ਕੇ ਭੇਜੇ ਦਿੱਲੀ ਤੋਂ। ਫੇਰ ਸੰਗ ਸਖਾ ਸਭ ਤਜ ਗਏ। ਮਹਾਰਾਜ ਕਹਿੰਦੇ ਵਿਰਾਗ ਦ੍ਰਿੜ ਕਰਾਉਂਦੇ ਆ ਵੀ ਜਿਹੜੇ ਸਖੇ ਪਿਆਰੇ ਸਨ ਸਾਡੇ ਨਾਲ ਆਏ ਉਹ ਵੀ ਸਭ ਚਲੇ ਗਏ ਨੇ। ਭਾਈ ਮਤੀ ਦਾ ਦਿਆਲਾ ਜੀ ਸੱਚਖੰਡ ਪਹਿਲਾਂ ਹੀ ਚਲੇ ਗਏ ਨੇ। ਕੋ ਨਾ ਨਿਵੇ ਹੋ ਸਾਥ। ਕਹਿੰਦੇ ਕੋਈ ਵੀ ਸਾਡੇ ਨਾਲ ਨਿਭਾ ਨਹੀਂ ਸਕਿਆ। ਕਈ ਪਹਿਲੇ ਬਚਪਨ ਤੋਂ ਜਿਹੜੇ ਪੈਦਾ ਹੋਏ ਸੀ ਉਹ ਹੁਣ ਤੀਕਰ ਕਹਿੰਦੇ ਕਈ ਚਲੇ ਗਏ ਆ। ਅਖੀਰ ਤੀਕਰ ਕੋਈ ਨਾਲ ਨਹੀਂ ਨਿਭਿਆ। ਜਾਂ ਇੱਥੇ ਸਰੀਰ ਕਰਕੇ ਮਹਾਰਾਜ ਕਹਿੰਦੇ ਕੋਈ ਨਾਲ ਨਹੀਂ ਨਿਭਦਾ। ਜਦੋਂ ਪਰਲੋਕ ਨੂੰ ਜਾਈਦਾ ਸਾਰੇ ਹੀ ਛੱਡ ਕੇ ਚਲੇ ਜਾਂਦੇ ਹਨ। ਨਾਨਕ ਇਹ ਬਿਪਤ ਮੈਂ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹੋ ਜਿਹੀ ਜਦੋਂ ਮੁਸੀਬਤ ਪੈਂਦੀ ਹੈ ਬਿਪਤਾ ਪੈਂਦੀ ਉਸ ਦੇ ਵਿੱਚ ਟੀਕ ਏਕ ਰਗਨਾਥ। ਏਕ ਰਗਨਾਥ, ਇਹਨੂੰ ਰਗਨਾਥ ਥੱਲੇ ਔਂਕੜ ਦਲੈਂਕੜ ਜਿਹਾ ਨਾ ਉਚਾਰਨ ਕਰਦੇ ਉਹ ਨਹੀਂ ਠੀਕ। ਰਗਨਾਥ ਠੀਕ ਹੈ। ਇਹ ਟੇਕ ਏਕ ਰਗਨਾਥ। ਰਗ ਨਾਮ ਹੈ ਸਾਹ ਦਾ, ਨਾਥ ਨਾਮ ਹੈ ਮਾਲਕ ਦਾ। ਸਾਹ ਰਗ ਦਾ ਜਿਹੜਾ ਮਾਲਕ ਹੈ ਹੁਣ ਤਾਂ ਉਹਦੀ ਮਹਾਰਾਜ ਕਹਿੰਦੇ ਸਾਨੂੰ ਟੇਕ ਹੈ। ਭਾਵ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਨਾ ਇੱਕੋ ਇੱਕ। ਰਗਨਾਥ ਤੋਂ ਭਾਵ ਪ੍ਰਕਾਸ਼ ਰੂਪ ਰੱਬ ਦਾ ਹੀ ਆਸਰਾ ਏ। ਹੁਣ ਤਾਂ ਹੋਰ ਕਿਸੇ ਦਾ ਸਹਾਰਾ ਨਹੀਂ ਹੈ। ਨਾਮ ਰਹਿਓ ਸਾਧੂ ਰਹਿਓ। ਮਹਾਰਾਜ ਕੋਈ ਤਾਂ ਸੰਸਾਰ 'ਚ ਰਹਿ ਸਕਦਾ ਜਾਂ ਨਹੀਂ। ਜੇ ਜਗਿਆਸੂ ਸਵਾਲ ਕਰੇ ਸਾਹਿਬ ਕਹਿੰਦੇ ਨਾਮ ਰਹਿਓ। ਇੱਕ ਤਾਂ ਵਾਹਿਗੁਰੂ ਦਾ ਨਾਮ ਦੁਨੀਆ ਸਦਾ ਰਹੇਗਾ ਤੇ ਰਹਿੰਦਾ ਹੈ। ਸਾਧੂ ਰਹਿਓ, ਜਿਹੜੇ ਨਾਮ ਜਪਣ ਵਾਲੇ ਸਾਧੂ ਮਹਾਤਮਾ ਨੇ ਉਹ ਵੀ ਜਗਤ ਵਿੱਚ ਸਦਾ ਹੀ ਕਾਇਮ ਨੇ। ਰਹਿਓ ਗੁਰ ਗੋਬਿੰਦ। ਗੁਰ ਵੱਡਾ ਗੋਬਿੰਦ ਪਰਮੇਸ਼ਰ ਹੈ ਉਹ ਵੀ ਸਦਾ ਹੀ ਰਹਿੰਦਾ ਹੈ। ਰੱਬ ਵੀ ਸਦਾ ਰਹੇਗਾ। ਉਹਦਾ ਨਾਮ ਵੀ ਤੇ ਨਾਮ ਜਪਣ ਵਾਲੇ ਉਹਦੇ ਵਿੱਚ ਹੀ ਭੇਦ ਹੋ ਜਾਂਦੇ ਨੇ। ਇਸ ਕਰਕੇ ਉਹ ਵੀ ਸਦਾ ਰਹਿਣਗੇ। ਜਾਂ ਕਹਿੰਦੇ ਵੀ ਨਾਮ ਰਹਿਓ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਾਡੇ ਨਾਲ ਤਾਂ ਓੜਕ ਪਰਮੇਸ਼ਰ ਦਾ ਨਾਮ ਹੀ ਨਿਭਿਆ ਹੈ ਭਾਈ। ਸਾਧੂ ਰਹਿਓ। ਤੇ ਜਾਂ ਕਹਿੰਦੇ ਵੀ ਜਿਹੜੇ ਕੋਈ ਸਾਧੂ ਨੇ ਨਾ ਰੱਬ ਦੇ ਪਿਆਰੇ ਭਾਈ ਗੁਰਦੱਤਾ ਜੀ ਇਹ ਅਖੀਰ ਤੱਕ ਰਹੇ ਸਨ। ਮਹਾਰਾਜ ਦੇ ਸ਼ਹੀਦ ਹੋਣ ਤੋਂ ਬਾਅਦ ਭਾਈ ਗੁਰਦੱਤਾ ਜੀ ਉੱਥੋਂ ਆਏ ਸੀ। ਵੀ ਭਾਈ ਗੁਰਦੱਤਾ ਵਰਗੇ ਸਾਧੂ ਰਹੇ ਨੇ। ਰਹਿਓ ਗੁਰੂ ਗੋਬਿੰਦ ਜਾਂ ਗੁਰੂ ਗੋਬਿੰਦ ਸਿੰਘ ਜੀ ਉਹ ਰਹੇ ਨੇ। ਭਾਵ ਕਿ ਹੁਣ ਸਦਾ ਸਾਡੇ ਤੋਂ ਬਾਅਦ ਉਹ ਕਾਇਮ ਰਹਿਣਗੇ। ਕਹੋ ਨਾਨਕ ਇਹ ਜਗਤ ਮੈਂ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਸ ਸੰਸਾਰ ਦੇ ਵਿੱਚ ਕੈਨ ਜਪਿਓ ਗੁਰ ਮੰਤਰ। ਕਿਸੇ ਵੇਲੇ ਨੇ ਗੁਰੂ ਸਾਹਿਬ ਦਾ ਉਪਦੇਸ਼ ਮੰਤਰ ਲੈ ਕੇ ਉਹਨੂੰ ਕਮਾਇਆ ਤੇ ਕਮਾਉਂਦਿਆਂ ਹੋਇਆ ਪਰਮੇਸ਼ਰ ਦਾ ਨਾਮ ਜਪਿਆ ਹੈ। ਰਾਮ ਨਾਮ ਔਰ ਮੈਂ ਗਹਿਓ। ਪਰਮੇਸ਼ਰ ਦੇ ਸਾਹਮਣੇ ਕਹਿੰਦੇ ਨੇ ਰਾਮ ਪਰਮੇਸ਼ਰ ਜੀ ਆਪ ਜੀ ਦਾ ਨਾਮ ਹੀ ਅਸੀਂ ਦਿਲ ਦੇ ਵਿੱਚ ਧਾਰਨ ਕੀਤਾ, ਗ੍ਰਹਿਣ ਕੀਤਾ, ਪਕੜਿਆ ਹੈ। ਜਾ ਕੇ ਸਮ ਨਹੀਂ ਕੋਈ। ਜਿਸ ਆਪ ਜੀ ਦੇ ਵਰਗਾ ਜਗਤ ਵਿੱਚ ਹੋਰ ਕੋਈ ਦੂਸਰਾ ਨਹੀਂ ਹੈ। ਜਿਨ ਸਿਮਰਤ ਸੰਕਟ ਮਿਟੈ। ਜੇ ਸਾਹਿਬ ਜੀ ਦਾ ਸਿਮਰਨ ਕਰਦੇ ਆ ਸਾਰੇ ਜਿਹੜੇ ਸੰਕਟ ਗੁਨਾਹ ਪਾਪ ਕੀਤੇ ਵੀ ਬੰਦੇ ਦੇ ਮਿਟ ਜਾਂਦੇ ਨੇ। ਬਿਪਤਾ ਮੁੱਕ ਜਾਂਦੀ ਹੈ, ਜੂਨਾ ਛੁੱਟ ਜਾਂਦੀਆਂ ਨੇ। ਦਰਸ ਤੁਹਾਰੋ ਹੋਏ। ਸਿਮਰਨ ਕਰਨ ਦਾ ਵੱਡਾ ਫਲ ਇਹ ਮਿਲਦਾ ਵੀ ਆਪ ਜੀ ਦਾ ਮਹਾਰਾਜ ਸਾਨੂੰ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ। ਇਹ ਜਿਹੜੇ ਕੁਝ ਹੁਣ ਆਪਾਂ ਸ਼ਲੋਕ ਵਿਚਾਰੇ ਨੇ ਨਾ ਇਹਨਾਂ ਦੇ ਬੜੇ ਡੂੰਘੇ ਡੂੰਘੇ ਅਰਥ ਵੀ ਮਹਾਂਪੁਰਖਾਂ ਕੀਤੇ ਨੇ। ਪਰ ਆਪਾਂ ਸੰਖੇਪ ਵਿਚਾਰ ਕੀਤੀ ਕਿਉਂਕਿ ਸਮਾਂ ਨਹੀਂ ਸੀ। ਹੋਰ ਅਖੰਡ ਪਾਠ ਸਾਹਿਬ ਅੱਜ ਪ੍ਰਾਰੰਭ ਹੋ ਜਾਣੇ ਆ ਤੇ ਇਹ ਨਿਸ਼ਚਾ ਸੀ ਵੀ ਮਹਾਰਾਜ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਭੋਗ ਪਾਉਣਾ ਮਹਾਰਾਜ ਦੀ ਬਾਣੀ ਦਾ। ਜਿਸ ਕਰਕੇ ਅੱਜ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਜਾਣੇ ਨੇ ਤੇ 1 ਮਈ ਨੂੰ ਮਹਾਰਾਜ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੇ ਸਮੇਂ ਭੋਗ ਪੈਣੇ ਹਨ। ਤਾਂ ਕਰਕੇ ਜਿਹੜੇ ਸੰਖੇਪ ਰੂਪ ਦੇ ਵਿੱਚ ਇਹ ਅਰਥ ਵਿਚਾਰੇ ਨੇ ਜਿਹਦੇ ਵਿੱਚ ਇੱਕ ਵਾਰ ਫੇਰ ਆਪ ਆਪਣੀ ਗਿਆਤ ਲਈ ਸਮਝ ਲਓ 6 ਪੱਖ ਰੱਖੇ ਨੇ, 6 ਹਿੱਸੇ ਕੀਤੇ। 1 ਤੋਂ 49 ਤੀਕਰ ਮਹਾਰਾਜ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ। ਇੱਕ ਪੱਖ ਇਹ ਹੈ। ਦੂਸਰਾ ਪੱਖ ਸ਼ਲੋਕਾਂ ਦਾ ਇਹ ਹੈ ਵੀ ਮਾਤਾ ਨਾਨਕੀ ਜੀ ਨੂੰ 50ਵਾਂ ਦੇ 51ਵਾਂ ਸ਼ਲੋਕ ਉਚਾਰ ਕੇ ਧੀਰੇ ਦਿੱਤੀ। ਤੀਸਰਾ ਪੱਖ ਹੈ ਵੀ ਆਪਣੇ ਮਹਿਲ ਸ੍ਰੀ ਗੁਜਰੀ ਜੀ ਨੂੰ 52ਵਾਂ ਸ਼ਲੋਕ ਉਚਾਰ ਕੇ ਧੀਰੇ ਦਿੱਤੇ। ਚੌਥਾ ਪੱਖ
ਇਸ ਇਹਨਾਂ ਸ਼ਲੋਕਾਂ ਦਾ ਇਹ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਰਖ ਕਰਨ ਦੇ ਲਈ ਲਿਖ ਕੇ ਭੇਜਿਆ। ਪੰਜਵਾਂ ਪੱਖ ਇਹ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸ਼ਲੋਕ ਦਾ ਉੱਤਰ ਲਿਖ ਕੇ ਵਾਪਸ ਦ੍ਰਿੜਤਾ ਦਿਖਾਉਂਦੇ ਆ ਵੀ ਮਹਾਰਾਜ ਤੁਸੀਂ ਵੀ ਰੱਬ ਹੋ ਜੋ ਮਰਜ਼ੀ ਕਰ ਸਕਦੇ, ਵਾਪਸ ਭੇਜਿਆ। ਤੇ ਛੇਵਾਂ ਪੱਖ ਜਿਹੜੇ 3 ਸ਼ਲੋਕ ਗੁਰਤਾ ਗੱਦੀ ਦੇ ਨਾਲ ਪ੍ਰੇਮ ਭੇਟਾ ਵਜੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭੇਜੇ। ਇਹ ਗੁਰਿਆਈ ਦੀਆਂ ਨਿਸ਼ਾਨੀਆਂ ਲੈ ਕੇ ਸਿੱਖ ਅਨੰਦਪੁਰ ਸਾਹਿਬ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮ ਮੰਨ ਕੇ ਤੇ ਉਹ ਗੁਰਿਆਈ ਗੱਦੀ ਜਿਹੜੀ ਸੀ ਸਤਿਗੁਰਾਂ ਦੇ ਹੁਕਮ ਦੇ ਨਾਲ ਅਰਪਣ ਕੀਤੀ। ਇਸ ਤਰ੍ਹਾਂ ਇਹ ਕੁੱਲ 57 ਸ਼ਲੋਕ ਨੇ, ਜਿਨ੍ਹਾਂ ਚੋਂ 56 ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨੇ ਤੇ ਇੱਕ 54ਵਾਂ ਸ਼ਲੋਕ ਜਿਹੜਾ ਹੈ ਨਾ ਇਹ ਪੱਕਾ ਹੀ ਦਿਲ ਦੇ ਵਿੱਚ ਵਸਾ ਲਓ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁਰਾਤਨ ਸਰੂਪਾਂ ਦੇ ਵਿੱਚ ਮਹੱਲਾ 10ਵਾਂ ਲਿਖਿਆ ਹੁੰਦਾ ਸੀ। ਹੁਣ ਸਹਿਜੇ ਸਹਿਜੇ ਕਰਕੇ ਕੋਈ ਅਣਗਹਿਲੀ ਹੋ ਗਈ ਜਾਂ ਕੀ ਕਾਰਨ ਹੋਇਆ ਇਹ ਲਿਖਤ ਮਿਟ ਗਈ, ਪਰ ਹੱਥ ਲਿਖਤ ਬੀੜਾ ਪੁਰਾਣੇ ਸਰੂਪ ਬੜੇ ਐਸੇ ਨੇ ਇਹ ਜਿਨ੍ਹਾਂ ਦੇ ਮਹਾਰਾਜ 10ਵੇਂ ਪਾਤਸ਼ਾਹ ਦਾ ਮਹੱਲਾ ਲਿਖਿਆ। ਆਮ ਆਪਾਂ ਕਹਿ ਦਿੰਦੇ ਆ ਵੀ 6 ਗੁਰਾਂ ਦੀ ਬਾਣੀ, ਨਹੀਂ 8 ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਜਿਵੇਂ 6 ਗੁਰਾਂ ਨੇ ਬਹੁਤੀ ਬਾਣੀ ਉਚਾਰੀ ਹੈ, ਇੱਕ ਸ਼ਲੋਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੇ 9 ਧੁਨਾਂ ਦੇ ਅੱਖਰ ਗੁਰੂ ਹਰਗੋਬਿੰਦ ਸਾਹਿਬ ਨੇ ਲਿਖਾਏ ਨੇ, ਉਹ ਮਹਾਰਾਜ ਦੇ ਹੁਕਮ ਨਾਲ ਲਿਖੇ ਗਏ ਨੇ। ਜਿਹੜੀਆਂ 22 ਵਾਰਾਂ ਚੋਂ 9 ਵਾਰਾਂ ਦੇ ਉੱਤੇ ਧੁਨਾਂ ਚੜਾਈਆਂ ਗਈਆਂ ਨਾ ਤੇ ਉਹ ਜਿਹੜੀਆਂ 9 ਧੁਨੀਆਂ ਨੇ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਲਿਖਾਈਆਂ। ਇਸ ਤਰ੍ਹਾਂ 8 ਗੁਰੂ ਸਾਹਿਬਾਨਾਂ ਦੇ ਬਚਨ ਨੇ, ਇਹਦੇ ਵਿੱਚ ਬਹੁਤੇ ਥੋੜੇ ਦਾ ਫਰਕ ਵੱਖਰਾ ਜੇ ਕਰ ਲਈਏ ਤਾਂ ਗੁਰੂ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਾਂ ਕਹਿ ਲਵੋ ਕੇਵਲ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਗੁਰੂ ਹਰਰਾਏ ਸਾਹਿਬ ਮਹਾਰਾਜ, ਇਹਨਾਂ ਦੇ ਸਰੀਰਾਂ ਦੇ ਵਿੱਚੋਂ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ, ਪਰ ਇਹਨਾਂ ਨੇ ਬਹੁਤਾ ਪ੍ਰਚਾਰ ਦੇ ਅਦਬ ਦਾ ਜਿਹੜਾ ਉਪਦੇਸ਼ ਦਿੱਤਾ। ਬਾਕੀ 8 ਸਰੂਪਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸਹਿਜੇ ਸਹਿਜੇ ਕਰਦੇ ਆ ਇਹ ਮਰਿਆਦਾ ਇਹ ਅਲੋਪ ਹੁੰਦਾ ਜਾ ਰਿਹਾ ਸਭ ਕੁਝ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਨ। ਸਤਿਗੁਰਾਂ ਦੇ ਕੁੱਲ 115 ਸ਼ਬਦ, ਜਿਨ੍ਹਾਂ ਚੋਂ 56 ਸ਼ਲੋਕ ਸਨ ਅਤੇ 59 ਸ਼ਬਦ 15 ਜਾਂ 16 ਰਾਗਾਂ ਦੇ ਵਿੱਚ ਆਪਾਂ ਸਰਵਣ ਕੀਤੇ। ਸਾਹਿਬਾਂ ਨੇ ਵਿਰਾਗਮਈ ਉਪਦੇਸ਼ ਪ੍ਰਕਰਨ ਦੇ ਰਾਹੀਂ ਦ੍ਰਿੜ ਕਰਾਇਆ। ਅਮੋਲਕ ਜਨਮ ਹੈ ਇੱਕ ਤਾਂ ਇਹ ਸਾਨੂੰ ਵਾਰ-ਵਾਰ ਕਿਹਾ ਵੀ ਜ਼ਿੰਦਗੀ ਖਰਾਬ ਨਾ ਕਰ, ਇੱਕ ਵਾਰ-ਵਾਰ ਕਿਹਾ ਹੈ ਜੀਵ ਨਾਮ ਜਪ ਤੇ ਪਾਪ ਨਾ ਕਰ, ਠੱਗੀਆਂ ਨਾ ਮਾਰ, ਨਾਲ ਕੁਝ ਨਹੀਂ ਉਹ ਨਿਭਣਾ ਸਿਮਰਨ ਤੋਂ ਬਗੈਰ। ਤੇ ਅਖੀਰ ਸਮਾਪਤੀ ਵੀ ਇਹੀ ਕੀਤੀ ਵੀ ਜਿਨ੍ਹਾਂ ਨਾਮ ਜਪਿਆ ਹੈ ਉਹਨਾਂ ਨੂੰ ਵਾਹਿਗੁਰੂ ਦੇ ਦਰਸ਼ਨ ਹੁੰਦੇ ਤੇ ਉਹਨਾਂ ਦੇ ਸੰਕਟ ਮਿਟ ਜਾਂਦੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਦੀਆਂ ਸਰਬੱਤ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਜ਼ਰੂਰੀ ਬੇਨਤੀ ਵੀ ਹੈ, 1 ਤਰੀਕ ਨੂੰ ਦੀਵਾਨ ਸੱਜਣੇ ਨੇ ਦਿਨੇ ਵੀ ਤੇ ਰਾਤਰੀ ਦੇ ਵੀ ਦੀਪਮਾਲਾ ਗੁਰੂ ਘਰ ਦੇ ਵਿੱਚ ਵੀ ਕਰਨੀ ਹੈ। ਤੇ ਮਾਈਆਂ ਬੀਬੀਆਂ ਨੂੰ ਬੇਨਤੀ, ਜਿਵੇਂ ਦੀਵਾਲੀ ਦੇ ਉੱਤੇ ਆਪ ਦੀਪਮਾਲਾ ਕਰਦੇ ਹੋ ਗੁਰੂ ਨਾਨਕ ਸਾਹਿਬ ਦੇ ਪੁਰਬ ਤੇ, ਐਵੇਂ ਦੀਵੇ ਮੋਮਬੱਤੀਆਂ ਲਿਆ ਕੇ ਗੁਰੂ ਘਰ ਇੱਥੇ ਵੱਧ ਤੋਂ ਵੱਧ ਰੋਸ਼ਨਾਈ ਕਰਨੀ ਹੈ। ਆਪਣੇ ਘਰਾਂ ਦੇ ਵਿੱਚ ਵੀ ਦੀਪਮਾਲਾ ਕਰੋ। ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਦੀਪਮਾਲਾ ਜ਼ਰੂਰ ਕਰਨੀ ਹੈ। ਪੁਰਾਣੇ ਸਿੱਖ ਗੁਰਾਂ ਦੇ ਦਿਹਾੜਿਆਂ ਦੇ ਦੀਪਮਾਲਾ ਕਰਦੇ ਸਨ, ਰੋਸ਼ਨਾਈ ਕਰਦੇ ਸਨ, ਕਿਉਂਕਿ ਚਾਨਣ ਦਾ ਤਿਉਹਾਰ ਹੈ ਨਾ। ਮਹਾਰਾਜ ਨੇ ਪ੍ਰਕਾਸ਼ ਵੰਡਿਆ ਏ ਸੰਸਾਰ ਨੂੰ, ਪ੍ਰਕਾਸ਼ ਪ੍ਰਗਟ ਹੋ ਕੇ ਤੇ ਗਿਆਨ ਦਾ ਚਾਨਣ ਗੁਰੂ ਤੇਗ ਬਹਾਦਰ ਸਾਹਿਬ ਨੇ ਵੰਡਿਆ ਹੈ। ਆਪ ਜੀ ਨੇ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਰਾਮ ਗਇਓ ਰਾਮ ਨਾਮ ਉਰ ਮੈਂ ਗਇਓ ਜਾ ਕੈ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੇ।